स्वागत। कोई कत्तदी आ टेरदी आ, कोई घुम च रखड़ा फेरदी आ। ये बातां ने मेरे देश दियां, मेरे सोहने देश पंजाब दियां, जिथे वंड के छकिया जांदा है, जिथे प्यार ही वंडिया जांदा है। ये बातां ने मेरे देश दियां, मेरे सोहने देश पंजाब दियां। क्या बात है जी, पंजाब दे बातां दी गल हो रही है और सचमुच इन्हां बातां दे विच असीं भी उन्हां बातां दे पात्र बन के पहुंच गए जी गल्लां ते गीत विच। मैं हाँ तुहाडा अपना चरणजीत जोगी। मैं हाँ नवजोत कौर। नवजोत, जिंदगी दे विच ना जदों आम तौर ते आपां देखिया जावे सब तो खूबसूरत समां किहड़ा है, वो बचपन दा समां। बिल्कुल सही है, क्योंकि उही गिल्ली मिट्टी हुंदी है जिहदे विचों एक चंगी शख्सियत घड़नी हुंदी है साडे मापियां ने, साडे समाज ने, और उदों जिहड़ियां सानूं कहानियां सुणाईयां जांदियां। मैनूं चेते आ कि मेरा मामा मैनू कहानियां बहुत सुनाया करता सीगा, ठीक है ना। खौरे वो विला सी जब मैनू बड़ियां पसंद सीगियां। जदों भी उन्हें आउणा उहदे हत्थ दे विच केलियां वाला लिफाफा तां ना दिसणा, पर उहदे अंदर जिहड़ियां ओह कहानियां सी उहनां दी बड़ी तलब हुंदी सीगी ते ओह कहानियां सुणाउंदा हुंदा सी ते सचमुच ओह कहानियां अज भी चेत्यां दे विच वसीआं, पर अज दे जवाकां दे कोलों ਉਹ ਕੋਹਾਂ दूर बैठियां। ਜ਼ਰੂਰ, ਬਿਲਕੁਲ ਇਹ ਗੱਲ ਸਹੀ ਹੈ। ਤੇ ਇਹ ਕਹਾਣੀਆਂ ਜਿਹੜੀਆਂ ਨੇ ਨਾ, ਇਹ ਸਾਡਾ ਸਰਮਾਇਆ ਨੇ, ਸਾਡੇ ਸੱਭਿਆਚਾਰ ਦਾ ਇੱਕ ਝਲਕਾਰਾ ਹੁੰਦੀਆਂ ਨੇ। ਸਾਡੇ ਵੱਡੇ ਬੀਜੀ ਨਾ ਰਾਤ ਨੂੰ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਤੇ ਉਹਨਾਂ ਨੇ ਫਿਰ ਜਦੋਂ ਬਾਤ ਪਾਉਣੀ ਸ਼ੁਰੂ ਕਰ ਦੇਣੀ ਤੇ ਉਹ ਬਾਤ ਜਿਹੜੀ ਹੈ ਉਹ ਸੁਣਦਿਆਂ ਉਸ ਕਹਾਣੀ ਨੂੰ ਸੁਣਦਿਆਂ ਹੀ ਖੌਰੇ ਪਤਾ ਹੀ ਨਹੀਂ ਲੱਗਣਾ ਵੀ ਕਿਹੜੇ ਵੇਲੇ ਨੀਂਦ ਆ ਗਈ। ਲਓ ਜੀ, ਖੈਰ ਅਸੀਂ ਆਪਣੀ ਹੁਣ ਨੀਂਦ ਤੋਂ ਜਾਗਣਾ। ਇਸ ਅਜੋਕੇ ਸਮੇਂ ਦੇ ਵਿੱਚ ਲੋਕ ਬਾਤਾਂ ਦੀ ਗੱਲ ਕਰਨੀ ਹੈ ਤੇ ਲੋਕ ਬਾਤਾਂ ਦੀ ਗੱਲ ਕਰਨ ਦੇ ਵਾਸਤੇ ਗੱਲਾਂ ਤੇ ਗੀਤ ਵਿੱਚ ਅੱਜ ਸਾਡੇ ਨਾਲ ਬਹੁਤ ਉੱਗੀ ਅਦਬੀ ਸ਼ਖਸੀਅਤ ਡਾਕਟਰ ਤੇਜਿੰਦਰ ਕੌਰ ਜੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਇੱਥੇ ਸੱਦਣ ਲਈ ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰਾ ਰਹੇ ਹੋ ਜੀ, ਤੇ ਲੋਕ ਬਾਤਾਂ ਦੀ ਆਪਾਂ ਅੱਜ ਗੱਲ ਕਰਨੀ ਹੈ। ਬਿਲਕੁਲ ਜੀ। ਮੈਮ, ਸਭ ਤੋਂ ਪਹਿਲਾਂ ਅਸੀਂ ਵੀ ਦਰਸ਼ਕ ਵੀ ਇਹੀ ਜਾਣਨਾ ਚਾਹੁੰਦੇ ਆ, ਲੋਕ ਬਾਤਾਂ ਹੁੰਦੀਆਂ ਕੀ ਨੇ? ਲੋਕ ਬਾਤਾਂ ਨੂੰ ਜਿਵੇਂ ਤੁਸੀਂ ਵੀ ਹੁਣ ਸ਼ਬਦ ਕਹਾਣੀ ਵਰਤਿਆ ਤੇ ਇਹ ਕਹਾਣੀ ਆਮ ਤੌਰ ਤੇ ਲੋਕ ਕਹਾਣੀ ਬਹੁਤ ਹੀ ਕਹਿੰਦੇ ਆ, ਪਰ ਕਿਉਂਕਿ ਬਾਤ ਜਿਹੜੀ ਹੈ ਉਹ ਲੋਕਾਂ ਦੇ ਨਾਲ ਜ਼ਿਆਦਾ ਨੇੜੇ ਹੈ। ਕਿਉਂਕਿ ਮੈਨੂੰ ਯਾਦ ਹੈ ਕਿ ਛੋਟੇ ਹੁੰਦੇ ਅਸੀਂ ਸਾਰੇ ਇਦਾਂ ਨਹੀਂ ਕਹਿੰਦੇ ਸੀ ਕਿ ਮਾਂ ਮੈਨੂੰ ਕਹਾਣੀ ਸੁਣਾ ਜਾਂ ਦਾਦੀ ਮਾਂ ਨੂੰ। ਮੈਂ ਵੀ ਮੇਰਾ ਬਚਪਨ ਵੀ ਪਿੰਡ ਦੇ ਵਿੱਚ ਬੀਤਿਆ। ਮੈਂ ਰਈਏ ਪਿੰਡ ਦੇ ਵਿੱਚ ਮੇਰਾ ਬਚਪਨ ਸੀ ਉੱਥੇ, ਤੇ ਉਹ ਗੱਲਾਂ ਜਿਹੜੀਆਂ ਨੇ ਮੇਰੇ ਚੇਤਿਆਂ 'ਚ ਵਸੀਆਂ ਨੇ। ਤੇ ਮੈਂ ਛੋਟੇ ਹੁੰਦਿਆਂ ਸੌਣ ਲੱਗਿਆ ਆਪਣੀ ਦਾਦੀ ਮਾਂ ਦੇ ਕੋਲ ਪਲੀ ਆ ਤੇ ਉਹਨਾਂ ਦੀ ਗੱਲ 'ਚ ਬਾਹਾਂ ਪਾ ਕੇ ਮੈਂ ਰਾਤ ਨੂੰ ਕਹਿਣਾ ਕਿ ਮਾਂ ਬਾਤ ਸੁਣਾ। ਤੇ ਉਹ ਬਾਤਾਂ ਜਿਹੜੀਆਂ ਨੇ ਹੁੰਦੀਆਂ ਕਹਾਣੀਆਂ ਨੇ, ਪਰ ਉਹ ਬਾਤ ਜਿਹੜੀ ਹੈ ਉਹ ਮਨ ਦੀਆਂ ਬਾਤਾਂ ਜਿਹੜੀਆਂ ਨੇ ਸਾਡੀਆਂ, ਉਹ ਅਸੀਂ ਆਪਣੇ ਆਪ ਕੋਲ ਸੁਣਦੇ ਹੁੰਦੇ ਸੀ। ਇਹ ਕਲਪਨਾ ਦੀਆਂ ਉਡਾਰੀਆਂ ਹੁੰਦੀਆਂ। ਮੈਨੂੰ ਲੱਗਦਾ ਕਿ ਇਹ ਜਿਹੜੀ ਸਾਡੀ ਸਾਰੀ ਧਰਤੀ ਹੈ ਜਾਂ ਧਰਤੀ ਦੇ ਉੱਤੇ ਜੋ ਕੁਝ ਵੀ ਹੋ ਰਿਹਾ ਹੈ, ਇਹ ਵੀ ਇੱਕ ਰੱਬ ਨੇ ਬਾਤ ਹੀ ਪਾਈ ਹੈ ਜਿਹੜੀ ਕਿ ਮਤਲਬ ਸਾਕਾਰ ਰੂਪ ਵਿੱਚ ਅਸੀਂ ਵੇਖਦੇ ਹਾਂ। ਔਰ ਉਹਦੇ ਵਿੱਚ ਜੋ ਕੁਝ ਵੀ ਅਸੀਂ ਆਲੇ ਦੁਆਲੇ ਵੇਖਦੇ ਹਾਂ, ਉਹ ਸਾਡੀਆਂ ਕਲਪਨਾ ਦੀਆਂ ਉਡਾਰੀਆਂ ਜਿਹੜੀਆਂ ਨੇ ਉਹ ਉੱਥੇ ਪਹੁੰਚ ਜਾਂਦੀਆਂ ਨੇ। ਜਿਵੇਂ ਰਾਤ ਨੂੰ, ਕਿਉਂਕਿ ਪਹਿਲਾਂ ਲਾਈਟ ਪਿੰਡਾਂ 'ਚ ਨਹੀਂ ਸੀ ਹੁੰਦੀ ਸ਼ੁਰੂ ਦੇ ਵਿੱਚ ਕਿਸ ਤਰੀਕੇ ਨਾਲ, ਤੇ ਉਦੋਂ ਲਾਈਟ ਨਹੀਂ ਸੀ ਹੁੰਦੀ ਤੇ ਰਾਤ ਨੂੰ ਲੋਏ ਕੰਮ ਕਰ ਲੈਣਾ, ਲੋਏ ਖਾ ਪੀ ਲੈਣਾ। ਫਿਰ ਉਸ ਤੋਂ ਬਾਅਦ ਜਲਦੀ ਜੋ ਰਾਤ ਪੈ ਜਾਣੀ, ਫਿਰ ਕੋਠਿਆਂ ਦੇ ਉੱਤੇ ਆਪਣੇ ਜਿਸ ਗਰਮੀਆਂ ਦੇ ਵਿੱਚ ਚੰਦ ਤਾਰਿਆਂ ਦੀ ਛਾਵੇਂ ਤਾਂ ਉੱਥੇ ਕੋਠਿਆਂ ਦੇ ਉੱਤੇ ਬੈਠ ਕੇ ਮੰਜੇ ਜੋੜ ਕੇ ਸਾਰੇ ਟੱਬਰ ਨੇ, ਕਿਉਂਕਿ ਸੰਯੁਕਤ ਪਰਿਵਾਰ ਹੁੰਦੇ ਸੀ ਬਹੁਤ, ਤੇ ਉਦੋਂ ਸਾਰਿਆਂ ਨੇ ਬਾਤਾਂ ਸੁਣਾਉਣੀਆਂ, ਲੰਮੀਆਂ ਬਾਤਾਂ। ਤੇ ਲੰਬੀ ਬਾਤਾਂ ਨਾਲ ਉਹ ਤਾਂ ਆਮ ਤੌਰ ਤੇ ਆਪਾਂ ਵੇਖਦੇ ਹਾਂ ਵੀ ਬਹੁਤੀਆਂ ਬਾਤਾਂ ਜਿਹੜੀਆਂ ਨੇ ਇੱਕ ਤੋਂ ਸ਼ੁਰੂ ਹੁੰਦੀਆਂ। ਇੱਕ ਸੀ ਚਿੜੀ, ਇੱਕ ਸੀ ਕਾਂ, ਇੱਕ ਸੀ ਰਾਜਾ, ਇੱਕ ਸੀ ਰਾਣੀ, ਇੱਕ ਸੀ ਕਿਸਾਨ, ਇੱਕ ਸੀ, ਏਦਾਂ ਦੀਆਂ ਗੱਲਾਂ ਜਿਹੜੀਆਂ ਇੱਕ ਤੋਂ ਹੀ ਸ਼ੁਰੂ ਹੁੰਦੀਆਂ। ਸ਼ਾਇਦ ਪਰਮਾਤਮਾ ਇੱਕ ਹੈ, ਸ਼ਾਇਦ ਉਹ ਸਾਡੇ ਮਨ 'ਚ ਕਿਤੇ ਨਾ ਕਿਤੇ ਵਸਿਆ ਹੋਇਆ ਤੇ ਇੱਕ ਹੀ ਗੱਲ ਅਸੀਂ ਇੱਕ ਤੋਂ ਹੀ ਸ਼ੁਰੂ ਕਰਦੇ ਹਾਂ। ਸੋ ਉਹ ਇਹ ਜਿਹੜੀ ਬਾਤ, ਧਰਤੀ ਦੀ ਬਾਤ ਵੀ, ਇਹ ਵੀ ਇੱਕ ਬਾਤ ਹੈ ਜਿਹੜੀ ਕਿ ਉਹਦੇ ਵਿੱਚੋਂ ਹੀ ਸਾਡੀਆਂ ਸਾਰੀਆਂ ਬਾਤਾਂ ਨਿਕਲਦੀਆਂ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਤੋਂ ਹੀ ਸ਼ੁਰੂ ਹੁੰਦਾ ਹੈ, ਔਰ ਸੱਚਮੁੱਚ ਇਹ ਕਾਇਨਾਤ ਵੀ ਸਾਡੀ ਇੱਕੋ ਹੀ ਹੈ ਔਰ ਪਰਮਾਤਮਾ ਵੀ ਇੱਕੋ ਹੀ ਹੈ, ਔਰ ਇੱਕ ਰਾਜਾ, ਇੱਕ ਰਾਣੀ, ਇੱਕ ਚਿੜੀ, ਇੱਕ ਚਿੜਾ, ਇਸ ਤਰ੍ਹਾਂ ਸ਼ੁਰੂ ਹੁੰਦੀਆਂ ਸੀ ਬਾਤਾਂ। ਤੇ ਇਹ ਅਸਲ ਵਿੱਚ ਕਿਉਂਕਿ ਉਦੋਂ ਤਾਂ ਕਹਾਣੀਆਂ ਸੁਣ ਕੇ ਬੜਾ ਸਵਾਦ ਆਉਂਦਾ ਸੀ, ਅੱਜ ਜਗਿਆਸਾ ਆ ਕਿ ਲੋਕ ਬਾਤਾਂ ਜਾਂ ਲੋਕ ਕਹਾਣੀਆਂ ਇਹ ਬਣੀਆਂ ਕਿਵੇਂ ਜਾਂ ਕਿਵੇਂ ਬਣਦੀਆਂ ਹੋਣਗੀਆਂ। ਇਹ ਸਾਡੀਆਂ ਕਲਪਨਾ ਦੀਆਂ ਉਡਾਰੀਆਂ ਨੇ। ਅਸੀਂ ਜੋ ਕੁਝ ਵੇਖਦੇ ਹਾਂ, ਕਿਉਂਕਿ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਬੜੀ ਉਤਸੁਕਤਾ ਹੁੰਦੀ ਹੈ ਆਲੇ ਦੁਆਲੇ ਉਹ ਵੇਖਦੇ। ਤੁਸੀਂ ਵੇਖਦੇ ਹੋਣੇ ਹੁਣ ਵੀ ਬੱਚੇ ਜਿਹੜੇ ਜਿਉਂ ਵੱਡੇ ਆ, ਉਹ ਕਿੰਨੇ ਸਵਾਲ ਸਾਨੂੰ ਕਰਦੇ ਆ, ਹੈ ਨਾ। ਉਹ ਆਲੇ ਦੁਆਲੇ ਵਿੱਚੋਂ ਆਹ ਕੀ ਹੈ, ਉਹ ਕੀ ਹੈ, ਉਹ ਕੀ ਹੈ, ਹੈ ਨਾ। ਤੇ ਉਹਨਾਂ ਨੂੰ ਸਾਨੂੰ ਕੋਈ ਨਾ ਕੋਈ ਜਵਾਬ ਦੇਣਾ ਪੈਂਦਾ, ਭਾਵੇਂ ਸਾਨੂੰ ਨਾ ਵੀ ਪਤਾ ਹੋਵੇ। ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਸਾਨੂੰ ਨਹੀਂ ਪਤਾ, ਅਸੀਂ ਕੋਈ ਨਾ ਕੋਈ ਗੱਲ ਨੂੰ ਜੋੜ ਕੇ ਉਹਨੂੰ ਤੇ ਉਹਨੂੰ ਕੁਛ ਨਾ ਕੁਛ ਦੱਸਦੇ ਆ। ਸੋ ਏਦਾਂ ਹੀ ਜਿਵੇਂ ਬੱਚੇ ਪਹਿਲਾਂ ਵੇਖਦੇ ਸੀ, ਉਦੋਂ ਪੜ੍ਹਾਈ ਲਿਖਾਈਆਂ ਦਾ ਇੰਨਾ ਨਹੀਂ ਸੀ ਪਹਿਲਾਂ, ਪਰ ਉਦੋਂ ਵੇਖਦੇ ਸੀ ਚੰਨ ਤਾਰੇ, ਤਾਰੇ ਕੀ ਨੇ, ਇਹ ਕਿੱਥੋਂ ਨੇ,
ਇਹ ਸੂਰਜ ਕਿੱਦਾਂ ਆ ਕਿੱਦਾਂ, ਉਹਨਾਂ ਨੂੰ ਫਿਰ ਅਸੀਂ ਕੋਈ ਨਾ ਕੋਈ ਜਵਾਬ ਦੇਣਾ ਹੁੰਦਾ ਸੀ ਜੀ। ਹਾਂ, ਤੇ ਫਿਰ ਅਸੀਂ ਜਿਹੜੇ ਸਾਡੇ ਭੋਲੇ ਭਾਲੇ ਲੋਕ ਨੇ ਉਹ ਚੰਦ ਤਾਰਿਆਂ ਕੋਲੋਂ ਹੀ ਪੁੱਛ ਕੇ ਤੇ ਉਹਨਾਂ ਨੂੰ ਜਵਾਬ ਦਿੰਦੇ ਸੀ ਕਿ ਆਹ ਚੀਜ਼ ਆਇਆ ਠੀਕ ਹੈ। ਈਵਨ ਚੰਦ ਤਾਰਿਆਂ ਬਾਰੇ ਵੀ ਕਈ ਗੱਲਾਂ ਨੇ, ਜਿਵੇਂ ਸਾਡੇ ਕਹਿੰਦੇ ਸੀ ਨਾ, ਜਿਵੇਂ ਕੋਈ ਨਾ ਕੋਈ ਕਲਪਨਾ ਦੀਆਂ ਉਡਾਰੀਆਂ, ਕੁਛ ਨਾ ਕੁਛ ਜੋੜ ਕੇ ਅਸੀਂ ਬੱਚਿਆਂ ਨੂੰ ਜਵਾਬ ਦੇਣਾ ਹੁੰਦਾ। ਪਰ ਜੋੜਦੇ ਅਸੀਂ ਕੀ ਹੈ, ਜੋ ਸਾਡੇ ਆਲੇ ਦੁਆਲੇ ਹੋਵੇ, ਜੋ ਸਾਨੂੰ ਮਨ ਦੇ ਵਿੱਚ ਕੋਈ ਗੱਲ ਆਉਂਦੀ ਹੈ। ਪਹਿਲਾਂ ਤਾਂ ਕਹਿੰਦੇ ਸੀ ਵੀ ਚੰਦ ਤਾਰੇ ਵੀ ਨੇੜੇ ਨੇੜੇ ਹੁੰਦੇ ਸੀ, ਬੱਚਿਆਂ ਨੂੰ ਦੱਸਣਾ। ਕੋਈ ਮੰਜੀ ਜਿਹੀ ਬਣਾਈ ਹੋਈ ਆਲੇ ਦੁਆਲੇ, ਤੁਸੀਂ ਵੀ ਸੁਣਿਆ ਹੋਣਾ ਕਿ ਚੰਦ ਤਾਰੇ ਬਹੁਤ ਨੇੜੇ ਸੀ, ਜਦੋਂ ਜੀ ਕਰਨਾ ਤੋੜ ਲੈਣਾ ਤਾਰਾ, ਜੜ ਲੈਣਾ, ਕਿਤੇ ਬੱਚੇ ਦੇ ਸਜਾ ਦੇਣਾ, ਚੁੰਨੀਆਂ 'ਚ ਸਜਾ ਦੇਣਾ। ਤੇ ਹੌਲੀ ਹੌਲੀ ਜਿਵੇਂ ਕਿਸੇ ਨੇ ਬੱਚੇ ਨੇ ਉਹਨੇ ਕਿਸੇ ਨੇ ਤੇ ਇੱਥੋਂ ਤੱਕ ਮੈਨੂੰ ਤਾਂ ਦੱਸਿਆ ਸੀ ਵੀ ਜਿਵੇਂ ਕਿਸੇ ਨੇ ਨਾ ਔਰਤ ਨੇ ਬੱਚੇ ਨੂੰ ਸਾਫ਼ ਕਰ ਦਿੱਤਾ ਉਹਦਾ ਤਾਲਾ ਤੋੜ ਕੇ। ਅੱਛਾ ਜੀ। ਤੇ ਇਸ ਲਈ ਗੜਗੜ ਉੱਪਰ ਚਲੇ ਗਏ ਸਾਰੇ ਤਾਰੇ। ਏਦਾਂ ਹੀ ਮੀਂਹ ਬਾਰੇ, ਬੱਦਲਾਂ ਬਾਰੇ ਸਾਰਾ ਕੁਛ ਨਾ ਇਦਾਂ ਆਪਣੀਆਂ ਕਲਪਨਾ ਦੀਆਂ ਉਡਾਰੀਆਂ ਨੇ ਸਾਡੀਆਂ, ਤੇ ਅਸੀਂ ਕੋਈ ਨਾ ਕੋਈ ਜਵਾਬ ਜਿਹੜਾ ਉਹਨਾਂ ਨੂੰ ਦਿੰਨੇ। ਇਦਾਂ ਹੌਲੀ ਹੌਲੀ ਉਹ ਜਿਹੜੀਆਂ ਸੀ ਉਹ ਕਹਾਣੀਆਂ ਬਣਦੀਆਂ ਬਾਤਾਂ ਜਿਹੜੀਆਂ ਅਸੀਂ ਅੱਗੋਂ ਤੁਰ ਪਈਆਂ। ਤੇ ਬਾਤਾਂ ਅਸੀਂ ਕਹਿ ਸਕਦੇ ਜਦੋਂ ਤੋਂ ਸਾਨੂੰ ਹੋਸ਼ ਆਉਂਦੀ ਹੈ ਜਾਂ ਬੱਚਾ ਸੁਣਦਾ, ਜਦੋਂ ਤੋਂ ਮਤਲਬ ਇਹ ਧਰਤੀ ਬਣੀ ਹੈ ਜਾਂ ਜੋ ਵੀ ਹੋਇਆ, ਜਦੋਂ ਤੋਂ ਸਾਨੂੰ ਹੋਸ਼ ਆਈ, ਇਹ ਉਦੋਂ ਤੋਂ ਇਹਨਾਂ ਦਾ ਜਨਮ ਵੀ ਸਾਡੇ ਨਾਲ ਹੀ ਹੈ ਤੇ ਨਾਲ ਨਾਲ ਤੁਰਦਾ ਗਿਆ। ਔਰ ਬਚਪਨ ਦੀਆਂ ਗੱਲਾਂ ਜਿਹੜੀਆਂ ਸਾਨੂੰ ਕਦੇ ਵੀ ਨਹੀਂ ਭੁੱਲਦੀਆਂ। ਬਿਲਕੁਲ। ਤੇ ਬਚਪਨ ਸੁਣੀਆਂ ਬਾਤਾਂ ਤੁਸੀਂ ਵੀ ਪਹਿਲਾਂ ਗੱਲ ਕੀਤੀ ਹੈ ਕਿ ਮੇਰਾ ਮਾਮਾ ਸੁਣਾਉਂਦਾ ਹੁੰਦਾ ਸੀ, ਹੈਨਾ। ਤੇ ਉਹ ਲੋਕ ਮਨ ਜਿਹੜਾ ਹੈ ਨਾ, ਉਹਦੇ ਅੰਦਰ ਦੀ ਉਪਜ ਹੈ ਕਹਿੰਦੇ। ਬਿਲਕੁਲ। ਤੁਹਾਡੀ ਗੱਲ ਤੋਂ ਵੀ ਇਹੀ ਅਸੀਂ ਪਰਿਭਾਸ਼ਾ ਲਈ ਇਹਨਾਂ ਬਾਤਾਂ ਦੀ। ਇਹਨਾਂ ਲੋਕ ਬਾਤਾਂ ਦੇ ਕਿਰਦਾਰ ਕਿਹੋ ਜਿਹੇ ਨੇ, ਜਾਂ ਕਿਹੜੇ ਇਹਨਾਂ ਦੇ ਕਿਰਦਾਰ ਬਣਦੇ ਨੇ? ਕਿਰਦਾਰ ਉਹੀ ਬਣਦੇ ਜਿਵੇਂ ਆਪਾਂ ਆਲੇ ਦੁਆਲੇ ਵੇਖਦੇ ਆ, ਹੈ ਨਾ। ਜਿਵੇਂ ਆਪਾਂ ਨੂੰ ਪੰਛੀ ਦਿਸਦੇ ਆ, ਪੰਛੀਆਂ ਨਾਲ ਸੰਬੰਧਿਤ ਕਈ ਬਾਤਾਂ ਨੇ, ਜਾਨਵਰ ਦਿਸਦੇ ਆ, ਬੰਦੇ ਦਿਸਦੇ ਆ, ਰੰਗ ਬਰੰਗੇ ਜੇ ਲੋਕ ਦਿਸਦੇ ਆ ਸਾਨੂੰ, ਜਾਂ ਆਲੇ ਦੁਆਲੇ ਕੁਛ ਵੀ ਜੋ ਸਾਡੀਆਂ ਘਟਨਾਵਾਂ ਨੇ, ਆਪਾਂ ਉਹ ਗੱਲਾਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਬਣ ਜਾਂਦੀਆਂ। ਉਹਦੇ ਵਿੱਚ ਕਲਪਨਾ ਸਾਡੀ ਜਿਹੜੀ ਭਰ ਜਾਂਦੀ। ਕਲਪਨਾ ਤੇ ਹੁੰਦੀ ਹੈ, ਹੈ ਨਾ। ਮੈਂ ਤਾਂ ਸਮਝਦੀ ਹਾਂ ਵੀ ਜਿੰਨਾ ਵੀ ਤੁਸੀਂ ਅੱਜ ਕੱਲ੍ਹ ਜਿੰਨੀ ਤਰੱਕੀ ਹੋਈ ਹੈ, ਜੋ ਵੀ ਹੈ ਕਰਦੇ, ਉਦੋਂ ਪਹਿਲਾਂ ਜਿਹੜੀ ਸੀ ਉਹ ਕਲਪਨਾ ਹੀ ਹੁੰਦੀ ਸੀ। ਕਲਪਨਾ ਹੀ ਹੁੰਦੀ ਸੀ। ਉਹ ਕਲਪਨਾ ਹੀ ਫਿਰ ਹਕੀਕਤ ਬਣਦੀ ਹੈ। ਫਿਰ ਉਹ ਜਦੋਂ ਬਾਤਾਂ ਸੁਣਦੇ ਆ, ਕਈ ਬੱਚੇ ਜਿਹੜੇ ਬੱਚਾ ਬਾਤ ਸੁਣਦਾ ਹੈ ਤੇ ਉਹ ਕਲਪਨਾ ਦੇ ਵਿੱਚ ਉਹ ਤੁਸੀਂ ਤੇ ਬਾਤ ਸੁਣਾ ਦਿੰਦੇ ਆ ਨਾ, ਬੱਚੇ ਦੇ ਨਾਲ ਨਾਲ ਉਹ ਰੀਲ ਚੱਲ ਰਹੀ ਹੁੰਦੀ ਹੈ। ਜੀ। ਸੋ ਬੱਚਾ ਉਸ ਚੀਜ਼ ਨੂੰ ਅੱਖਾਂ ਦੇ ਸਾਹਮਣੇ ਇੱਕ ਫਿਲਮ ਦੀ ਤਰ੍ਹਾਂ ਵੇਖਣਾ ਸ਼ੁਰੂ ਕਰ ਦਿੰਦਾ। ਔਰ ਬਾਤਾਂ ਜਿਹੜੀਆਂ ਨੇ ਇੱਕ ਸਾਂਝ ਦਾ ਜਿਹੜਾ ਇੱਕ ਸਾਂਝ ਵਧਾਉਂਦੀਆਂ, ਜਿਵੇਂ ਆਪਾਂ ਕਹਿੰਦੇ ਨਾ ਕਿ ਜਿਵੇਂ ਸਾਰੇ ਕੋਠਿਆਂ ਤੇ ਬੈਠੇ ਆ, ਵਿਹਲੇ ਹੋ ਕੇ ਬੈਠੇ ਆ ਸਾਰੇ, ਤਾਂ ਉਹ ਸਾਰੇ ਉਹ 'ਚ ਬੱਚੇ, ਬੁੱਢੇ, ਜਵਾਨ ਸਾਰੇ ਜਣੇ ਹੀ ਸ਼ਾਮਿਲ ਹੁੰਦੇ ਸੀ। ਔਰ ਬਾਤਾਂ ਇੰਨੀਆਂ ਰੌਚਕ ਹੁੰਦੀਆਂ। ਤੁਸੀਂ ਸੁਣਿਆ ਹੀ ਹੋਣਾ ਕਿ ਬਾਤ ਨਾ ਸੁਣਾਓ ਦਿਨ ਵੇਲੇ ਨਹੀਂ ਸੁਣਾਈ ਦੀਆਂ, ਰਾਹੀਆਂ ਨੂੰ ਰਾਹ ਭੁੱਲ ਜਾਂਦੇ, ਹੈ ਨਾ। ਔਰ ਰਾਹ ਭੁੱਲਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਰਾਹ ਉਦਾਂ, ਉਹਨਾਂ ਨੂੰ ਹੁੰਦਾ ਵੀ ਬਾਤ ਵਿੱਚ ਅਸੀਂ ਇੰਨੇ ਗਵਾਚ ਜਾਂਦੇ ਆ, ਇੰਨੇ ਡੁੱਬ ਜਾਂਦੇ ਆ, ਇੰਨੀਆਂ ਰੌਚਕ ਹੁੰਦੀਆਂ ਨੇ ਕਿ ਉਹ ਅਸੀਂ ਗੱਲ ਕਰਦੇ ਕਰਦੇ ਕਿਤੇ ਦੇ ਕਿਤੇ ਲੰਘ ਜਾਂਦਾ ਰਸਤਾ ਵੀ ਸਾਡਾ, ਉਹ ਗਲੀ ਮੁੜਨਾ ਸੀਗਾ ਕਿ ਉਹ ਬਾਤ ਦੇ ਤੁਹਾਨੂੰ। ਇਸ ਕਰਕੇ ਵੀ ਬਾਤਾਂ ਇਸ ਲਈ ਨਹੀਂ ਸੁਣਾਈ ਜਾਂਦੀਆਂ ਦਿਨੇ, ਫਿਰ ਰਾਹੀਆਂ ਨੂੰ ਰਾਹ ਭੁੱਲ ਜਾਂਦੇ। ਇਸ ਕਰਕੇ ਉਹ ਜਿਹੜੀਆਂ ਬਾਤਾਂ ਨੇ ਉਹ ਰਾਤ ਨੂੰ, ਕਿਉਂਕਿ ਰਾਹ ਭੁੱਲ ਜੇ ਤੇ ਰਾਤ ਨੂੰ ਤਾਂ ਨੀਂਦ ਹੀ ਆ ਜਾਣੀ, ਸੌਣਾ ਹੀ ਹੈ। ਬਿਲਕੁਲ। ਔਰ ਸੋਹਣਾ ਲੋਰੀ ਦੇ ਨਾਲੋਂ, ਕਿਉਂਕਿ ਸਾਰੀਆਂ ਮਾਵਾਂ ਗਾ ਕੇ ਆਪਣੇ ਬੱਚੇ ਨੂੰ ਲੋਰੀ ਨਹੀਂ ਸੁਣਾ ਸਕਦੀਆਂ, ਪਰ ਬਾਤਾਂ ਤੇ ਸੁਣਾ ਸਕਦੀਆਂ। ਔਰ ਜਿਵੇਂ ਬਾਤਾਂ ਦੀਆਂ ਗੱਲਾਂ ਹੋ ਰਹੀਆਂ ਨੇ, ਤੁਸੀਂ ਜਿਵੇਂ ਦੱਸਿਆ, ਅਸੀਂ ਵੀ ਉਹ ਦੇਖੇ ਵੇਲੇ ਕਿ ਕੋਠਿਆਂ ਦੇ ਉੱਪਰ ਮੰਜੇ ਡਾਹ ਕੇ ਸਾਂਝੇ ਪਰਿਵਾਰ ਜਦੋਂ ਸੋਇਆ ਕਰਦੇ ਸੀ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਇਆ ਕਰਦੀਆਂ ਸੀ, ਲੋਕ ਬਾਤਾਂ ਵੀ ਹੁੰਦੀਆਂ ਸੀਗੀਆਂ। ਇਹ ਜਿਹੜੀਆਂ ਲੋਕ ਬਾਤਾਂ ਆ ਸਾਡੇ ਲਈ, ਸਾਡੇ ਜੀਵਨ ਦੇ ਲਈ, ਇਹ ਸੁਣਾਉਣੀਆਂ ਕਿਉਂ ਜ਼ਰੂਰੀ ਸਮਝਦੇ ਹੋ? ਦੇਖੋ, ਬਾਤਾਂ ਜਿਹੜੀਆਂ ਅਸੀਂ ਬੱਚੇ ਨੂੰ ਆਮ ਤੌਰ ਤੇ ਜੋ ਮਾਂ ਇੱਕ ਬੱਚੇ ਨੂੰ ਬਣਾਉਣਾ ਚਾਹੁੰਦੀ ਹੈ, ਜੇ ਉਹਨੂੰ ਕੋਈ ਬਹਾਦਰ ਬਣਾਉਣਾ ਚਾਹੁੰਦੀ ਹੈ ਜਾਂ ਕੁਝ ਵੱਡਾ ਬਣਾਉਣਾ ਚਾਹੁੰਦੀ ਹੈ, ਉਹ ਉਦਾਂ ਦੀਆਂ ਬਾਤਾਂ ਸੁਣਾਏਗੀ ਉਹਨੂੰ ਕਈ ਵਾਰੀ ਨਾ, ਵੀ ਮੇਰਾ ਬੱਚਾ ਉਹ ਇੱਕ ਬਹਾਦਰ ਦੀ ਉਹਦੇ ਮਨ 'ਚ, ਕਿਉਂਕਿ ਜੋ ਮਨ ਦੇ ਵਿੱਚ ਹੁੰਦਾ ਉਹ ਸੁੱਤੇ ਸਿੱਧ ਉਹ ਜਾਣ ਬੁੱਝ ਕੇ ਨਹੀਂ ਇਦਾਂ ਕਰਦੀਆਂ ਸੀ ਮਾਵਾਂ ਵੀ ਮੈਂ ਆਹ ਬਣਾਉਣਾ, ਪਰ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਮਨ 'ਚ ਉਹ ਗੱਲਾਂ ਜਿਹੜੀਆਂ ਚੰਗੀਆਂ ਲੱਗਦੀਆਂ ਉਹਨੂੰ, ਤਾਂ ਉਹ ਉਦਾਂ ਦੀਆਂ ਕਹਾਣੀਆਂ ਸੁਣਾਏਗੀ, ਵੀ ਬਹਾਦਰ ਦੀ ਕਹਾਣੀ ਸੁਣਾਏਗੀ। ਹੁਣ ਸਾਡੇ ਜਿਹੜੇ ਕਿੰਨੇ ਲੋਕ ਨਾਇਕ ਨੇ, ਉਹਨਾਂ ਦੀਆਂ ਬਾਤਾਂ, ਰਾਜਾ ਰਸਾਲੂ ਦੀਆਂ, ਪੂਰਨ ਭਗਤ ਦੀਆਂ, ਸਰਵਣ ਦੀਆਂ, ਜੇ ਬੱਚੇ ਵੀ। ਔਰ ਇਹ ਬਾਤਾਂ ਜਿਹੜੀਆਂ ਨੇ ਇਹ ਬੱਚੇ ਦੀ ਸ਼ਖਸੀਅਤ ਘੜਦੀਆਂ ਨੇ। ਸਾਨੂੰ ਪਤਾ ਵੀ ਨਹੀਂ ਹੁੰਦਾ, ਕਿਉਂਕਿ ਅਸੀਂ ਕਹਿੰਦੇ ਨਾ ਕਈ ਵਾਰੀ ਆਹ ਕਰੋ, ਬੱਚੇ ਨਹੀਂ ਕਰਦੇ, ਪਰ ਉਹ ਜਦੋਂ ਅਸੀਂ ਕੋਈ ਇੱਕ ਪਾਤਰ ਸਿਰਜ ਲੈਂਦੇ ਆ, ਉਹ ਪਾਤਰ ਦੇ, ਔਰ ਬੱਚੇ ਤੁਹਾਨੂੰ ਪਤਾ ਜੇ ਉਹ ਮਤਲਬ ਉਹ ਨਾਲ ਤੁਰ ਪੈਂਦੇ ਆ, ਉਹ ਜਿਹੜਾ ਮੇਨ ਮੁੱਖ ਜਿਹੜਾ ਨਾਇਕ ਹੈ
ਜੋ ਕਿਤੇ ਡਿੱਗਦਾ ਹੈ ਤਾਂ ਉਹਨਾਂ ਨੂੰ ਸੱਟ ਲੱਗਦੀ ਹੈ, ਜੋ ਹਾਰ ਜਾਂਦਾ ਤਾਂ ਸਾਡੀ ਹਾਰ ਹੋਈ। ਤੁਸੀਂ ਦੇਖਦੇ ਹੋ ਅੱਜ ਕੱਲ ਵੀ ਜਿਵੇਂ ਆਪਾਂ ਦੇਖਦੇ ਹਾਂ ਟੀਵੀ ਦੇ ਉੱਤੇ ਦੋ ਕਾਰਾਂ ਵੀ ਆ ਤੇਰੀ ਕਾਰ ਆ ਮੇਰੀ ਕਾਰ ਵੀਡੀਓ ਗੇਮ ਦੇਖਦੇ ਆ, ਤਾਂ ਉਹ ਜਦੋਂ ਪੀਲੀ ਕਾਰ ਹਾਰਦੀ ਆ ਜਾਂ ਲਾਲ ਕਾਰ ਹਾਰਦੀ ਆ ਤਾਂ ਜਿੰਨੇ ਉਹ ਮੱਲੀ ਹੁੰਦੀ ਉਹਨੂੰ ਲੱਗਦਾ ਮੈਂ ਹਾਰ ਗਿਆ, ਮੈਂ ਹਾਰ ਗਿਆ ਨਾ। ਸੋ ਇਸ ਤਰੀਕੇ ਨਾਲ ਉਹ ਜਿਹੜੀਆਂ ਬਾਤਾਂ ਨੇ ਇੱਕ ਸ਼ਖਸੀਅਤ ਘੜਦੀਆਂ ਨੇ। ਇਸ ਕਰਕੇ ਮਾਵਾਂ ਸੁੱਤੇ ਸਿੱਧ ਸਾਨੂੰ ਵਧੀਆ ਬਣਾਉਂਦੀਆਂ ਨੇ, ਕਿਉਂਕਿ ਚੰਗੇ ਦਾ ਚੰਗਾ ਮਾੜੇ ਦਾ ਮਾੜਾ, ਸੋ ਉਹ ਜਿਹੜੇ ਨਤੀਜੇ ਨੇ ਉਹ ਬੱਚੇ ਨੂੰ ਪਤਾ ਲੱਗਦੇ ਰਹਿੰਦੇ ਆ। ਫਿਰ ਕਿਤੇ ਨਾ ਕਿਤੇ ਉਹ ਬੱਚੇ ਨੂੰ ਲੱਗਦਾ ਮੈਂ ਮਾੜਾ ਕੰਮ ਕਰੂੰਗਾ ਤੇ ਮੈਨੂੰ ਉਦਾਂ ਹੋਊਗਾ, ਜਿਵੇਂ ਚੰਗਾ ਕੰਮ ਕਰੂੰਗਾ ਤੇ ਮੈਨੂੰ ਇਨਾਮ ਮਿਲੇਗਾ, ਜਿਵੇਂ ਕਿ ਬਾਤਾਂ ਦੇ ਵਿੱਚ ਉਹਨਾਂ ਨੂੰ ਮਿਲਦਾ। ਸੋ ਇਸ ਕਰਕੇ ਉਹ ਸ਼ਖਸੀਅਤ ਘੜਨ ਦੇ ਵਿੱਚ ਵੀ ਸਾਡੇ ਜੀਵਨ ਦੇ ਵਿੱਚ ਕੰਮ ਆਉਂਦੀਆਂ। ਤੇ ਇਹ ਮਤਲਬ ਪਹਿਲਾਂ ਜਿਹੜਾ ਸੀਗਾ ਉਹ ਇੱਕ ਸਾਂਝਾਂ ਵਧਾਉਂਦੀਆਂ, ਇਕੱਠੇ ਕਰਦੀਆਂ, ਸਾਡੀ ਸ਼ਖਸੀਅਤ ਬੱਚਿਆਂ ਦੇ ਨੂੰ ਵਧਾਉਂਦੀਆਂ, ਔਰ ਉਹ ਕਲਪਨਾ ਦੀ ਉਡਾਰੀਆਂ ਉਹ ਸੋਚਦਾ, ਫਿਰ ਉਹ ਕ੍ਰੀਏਟਿਵ ਮਾਈਂਡ ਵੀ ਉਹਨਾਂ ਦਾ ਹੋ ਜਾਂਦਾ ਵੀ ਆਪੇ ਵੀ ਅੱਗੋਂ ਕਈ ਵਾਰੀ ਮਾਵਾਂ ਦੇ ਨਾਲ ਨਾਲ ਫਿਰ ਉਹਨੇ ਕਿੱਦਾਂ ਕੀਤਾ। ਉਹ ਤੁਸੀਂ ਕਹਿੰਦੇ ਨਾ ਕਿ ਉਹਨਾਂ ਦੇ ਵਿੱਚ ਮਾਵਾਂ ਜਿਹੜੀਆਂ ਗਾ ਨਹੀਂ ਸਕਦੀਆਂ, ਇਹ ਵੀ ਗੱਲ ਨਹੀਂ ਹੈ, ਕਿਉਂਕਿ ਇਹਦੇ ਵਿੱਚ ਤੁਸੀਂ ਜਿਹੜੀਆਂ ਬਾਤਾਂ ਨੇ ਉਹ ਸਿਰਫ ਸੁਣਾਉਣਾ ਹੀ ਨਹੀਂ ਹੁੰਦਾ, ਉਹਦੇ ਵਿੱਚ ਜਿਹੜੀ ਬਾਤ ਸੁਣਾ ਰਿਹਾ ਹੁੰਦਾ ਉਹ ਬੜਾ ਸੁਲਝਿਆ ਹੋਇਆ ਹੋਣਾ ਜ਼ਰੂਰੀ ਹੈ, ਉਹ ਸਿਆਣਾ ਹੋਣਾ ਜ਼ਰੂਰੀ, ਸੁਘੜ ਹੋਣਾ ਜ਼ਰੂਰੀ ਹੈ। ਔਰ ਉਹ ਮਾਵਾਂ ਜਿੱਥੇ ਉਹ ਪਾਤਰ ਗਾਉਂਦਾ ਉਹ ਗਾ ਕੇ ਵੀ ਸੁਣਾਉਂਦੀਆਂ ਹੈ ਨਾ, ਉਹ ਗਾ ਕੇ ਵੀ ਸੁਣਾਉਂਦੀਆਂ ਨੇ। ਫਿਰ ਜਿੱਥੇ ਉਹਨੇ ਐਕਟਰ ਨੇ ਕੀਤਾ ਵੀ ਉਦਾਂ ਉਹ ਆਇਆ ਕੀਤਾ ਉਹਦੇ ਨਾਲ ਉਹੋ ਜਿਹਾ ਰੂਪ ਲੈਣਾ, ਉਦਾਂ ਦਾ ਰੂਪ ਲੈਣਾ, ਹਰ ਪਾਤਰ ਨੂੰ ਉਹ ਐਕਟ ਕਰਕੇ ਦੱਸਦੀਆਂ, ਤਾਂ ਹੀ ਉਹ ਫਿਰ ਉਹ ਰੌਚਕ ਬਣੀ ਰਹਿੰਦੀ ਹੈ। ਉਹ ਲੰਮੀ ਲੰਮੀ ਬਾਤ ਸੁਣਾਉਣੀ ਹੈ। ਮੈਨੂੰ ਯਾਦ ਹੈ ਕਿ ਮੇਰੇ ਦਾਦੀ ਮਾਂ ਨੂੰ ਮੈਂ ਕਹਿਣਾ, ਮੈਨੂੰ ਮਾਂ ਜੀ ਮੈਨੂੰ ਸਾਂਢਣੀ ਵਾਲੀ ਬਾਤ ਸੁਣਾਓ। ਵੈਸੇ ਮੈਂ ਮਾਂ ਜੀ ਨੂੰ ਲਾਡ ਨਾਲ ਤੂੰ ਵੀ ਕਹਿ ਕੇ ਬੁਲਾਉਂਦੀ ਸੀ, ਮਾਂ ਮੈਨੂੰ ਸਾਂਢਣੀ ਵਾਲੀ ਬਾਤ ਸੁਣਾ। ਸਾਂਢਣੀ ਮਤਲਬ ਊਠਣੀ ਵਾਲੀ ਬਾਤ। ਤਾਂ ਉਹਨਾਂ ਨੇ ਸੁਣਾਉਣਾ ਕਿ ਇੱਕ ਸੀ ਮੁਸਾਫਿਰ, ਇੱਕ ਸੌਦਾਗਰ ਸੀਗਾ, ਉਹ ਵਪਾਰ ਕਰਨ ਗਿਆ, ਉਹ ਆਪਣੀ ਸਾਂਢਣੀ ਦੀ ਸਵਾਰੀ ਕਰਕੇ ਰਾਹ 'ਚ ਥੱਕ ਗਿਆ, ਥੱਕ ਕੇ ਉਹਨੂੰ ਪਿਆਸ ਲੱਗੀ, ਤੇ ਲੱਗੀ ਉਹਨੂੰ, ਤੇ ਉਹਨੇ ਫਿਰ ਰਸਤੇ 'ਚ ਇੱਕ ਖੂਹ ਆਇਆ, ਫਿਰ ਉਹਨੇ ਖੂਹ ਦੀ ਗਾਟੀ ਗੇੜ ਕੇ, ਕਿਉਂਕਿ ਉਸ ਵੇਲੇ ਤਾਂ ਬੋਲਦ ਨਹੀਂ ਹੋਣੇ, ਆਪੇ ਗਾਟੀ ਨੂੰ ਗੇੜ ਕੇ ਝੂਟੇ ਵੀ ਲੈਂਦੇ ਸੀ ਗਾਟੀ, ਤੇ ਗਾਟੀ ਗੇੜ ਕੇ ਤੇ ਉਹਨੇ ਪਾਣੀ ਵਿੱਚੋਂ ਟਿੰਡਾ ਥਾਣੀ ਪਾਣੀ ਆਇਆ, ਉਹਨੇ ਪਾਣੀ ਪੀਤਾ। ਫਿਰ ਉਹਨੂੰ ਲੱਗਾ ਮੈਂ ਹੁਣ ਥੋੜੀ ਦੇਰ ਸੌਂ ਜਾਵਾਂ, ਫਿਰ ਉਹ ਸੌਂ ਗਿਆ ਥੋੜੀ ਦੇਰ। ਸੋ ਇਦਾਂ ਕਰਕੇ ਨਾ ਮਤਲਬ ਉਹਨਾਂ ਨੇ ਇੰਨੀ ਲੰਬੀ ਬਾਤ ਸੁਣਾਉਣੀ ਮੈਨੂੰ, ਫਿਰ ਕਿੱਦਾਂ ਹੋਇਆ ਤੇ ਫਿਰ ਉਹ ਸੌਂ ਗਿਆ। ਫਿਰ ਮੈਂ ਲੰਬੀ ਇਦਾਂ ਕਾਫੀ ਲੰਬੀ ਸੁਣਾਉਂਦੇ ਸੀ, ਮੈਂ ਤੁਹਾਨੂੰ ਸ਼ਾਰਟਕਟ ਗੱਲ ਕਰ ਰਹੀ। ਫਿਰ ਉਹ ਸੌਂ ਗਿਆ, ਫਿਰ ਮੈਨੂੰ ਕਹਿਣਾ ਵੀ ਮੈਂ, ਫਿਰ ਉਹਨੇ ਕੀ ਕੀਤਾ, ਫਿਰ ਕਹਿੰਦੇ ਹੁਣ ਉਹ ਸੁੱਤਾ ਉੱਠੂਗਾ ਤੇ ਫੇਰ ਹੀ ਗਾਂ ਤੁਰੂਗੀ ਨਾ। ਸੋ ਇਦਾਂ ਕਰਦੇ ਮੈਂ ਜ਼ਿੱਦ ਕਰਨੀ, ਨਹੀਂ ਮੈਨੂੰ ਅੱਗੇ ਸੁਣਾਓ, ਠਾਲ ਲਓ, ਫਿਰ ਤੋਰ ਲੈਣੀ। ਮਤਲਬ ਇੰਨੀ ਰੌਚਕਤਾ ਹੁੰਦੀ ਸੀ। ਫਿਰ ਮਤਲਬ ਮੈਨੂੰ ਨਹੀਂ ਲੱਗਦਾ ਕਿ ਉਹ ਸਾਂਢਣੀ ਵਾਲੀ ਬਾਤ ਮੈਂ ਕਦੇ ਪੂਰੀ ਸੁਣੀ ਹੋਊਗੀ, ਕਿਉਂਕਿ ਵਿੱਚੇ ਫਿਰ ਲੋਰੀ ਜੀ ਆ ਜਾਣੀ, ਮੈਂ ਸੌ ਜਾਣਾ, ਤੇ ਉਹ ਫਿਰ ਅਗਲੀ ਦਿਨ ਕਹਿਣਾ ਵੀ ਉਹ ਫਿਰ ਕੀ ਹੋਇਆ ਸੀ, ਫਿਰ ਅੱਗੋਂ ਤੁਰ ਪੈਣੀ ਬਾਤ। ਸੋ ਬਾਤਾਂ ਜਿਹੜੀਆਂ ਨੇ ਇਹ ਸਾਡੇ ਨਾਲ ਨਾਲ ਤੁਰਦੀਆਂ ਨੇ, ਤੇ ਕਲਪਨਾ ਦੀਆਂ ਜਿਹੜੀਆਂ ਉਡਾਰੀਆਂ ਨੇ ਉਹ ਭਰਦੀਆਂ ਨੇ, ਤੇ ਅਸੀਂ ਜੋ ਬੱਚੇ ਨੂੰ ਬਣਾਉਣਾ ਚਾਹੁੰਦੇ ਸ਼ਖਸੀਅਤ ਵੀ ਘੜਦੀਆਂ ਨੇ। ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲੱਗੇ ਮੋਤੀ, ਮੋਤੀ ਮੋਤੀ ਝੜ ਗਏ ਤੇ ਬਾਤ ਰਹੀ ਖਲੋਤੀ। ਸੋ ਇਹ ਜਿਹੜੀਆਂ ਬਾਤਾਂ ਹੈ ਇਹ ਸਾਡਾ ਤੁਹਾਡਾ ਸਹੀ ਜਵਾਬ। ਹਾਂ, ਇਦਾਂ ਨਾ ਬਾਤਾਂ ਜਿਹੜੀਆਂ ਨੇ ਇਹਦੇ ਵਿੱਚ ਤੁਸੀਂ ਆਪਾਂ ਕਈ ਵਾਰੀ ਨਾ ਜਿਹੜੀਆਂ ਬਾਤਾਂ ਤੇ ਬੁਝਾਰਤਾਂ ਹੈ ਨਾ, ਬੁਝਾਰਤ ਪਾਉਣੀ ਬੁੱਝਣ ਵਾਸਤੇ, ਪਰ ਕਈ ਵਾਰੀ ਇਹੀ ਮੇਰਾ ਸਵਾਲ ਸੀ ਕਿ ਬਾਤ ਅਸੀਂ ਕਹਿੰਦੇ ਆ, ਅਸੀਂ ਲੋਕ ਬਾਤਾਂ ਦੀ ਗੱਲ ਕਰ ਰਹੇ ਆ, ਤੇ ਇਹਨਾਂ ਦੇ ਅੰਦਰ ਹੋਰ ਜਿਹੜੀਆਂ ਵਣਗੀਆਂ ਨੇ ਇਹ ਵੀ ਇਹਦਾ ਸ਼ਿੰਗਾਰ ਨੇ, ਇਹ ਵੀ ਇਹਦਾ ਹਿੱਸਾ ਨੇ। ਜਿਵੇਂ ਬੁਝਾਰਤ ਦੀ ਗੱਲ ਕਰਦੇ ਨਾ, ਬੁਝਾਰਤ ਹੁੰਦਾ ਬੁੱਝਣਾ, ਬੁਝਾਰਤ ਪਾਈ ਇਹਨੂੰ ਬੁੱਝੋ, ਪਰ ਉਹ ਬੁੱਝਣ ਦੇ ਵਿੱਚ ਇੱਕ ਬਾਤ ਹੁੰਦੀ ਹੈ, ਇੱਕ ਕਹਾਣੀ ਹੁੰਦੀ ਹੈ ਜਿਹੜੀ ਕਿ ਬੁੱਝਣੀ ਹੁੰਦੀ ਹੈ ਨਾ। ਜਿਵੇਂ ਤੁਸੀਂ ਕਹਿੰਦੇ ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲੱਗੇ ਮੋਤੀ, ਮੋਤੀ ਮੋਤੀ ਝੜ ਗਏ ਤੇ ਬਾਤ ਰਹੀ ਖਲੋਤੀ। ਉਹਦੇ ਵਿੱਚ ਉਸ ਬੁਝਾਰਤ ਦੇ ਵਿੱਚ ਇੱਕ ਕਹਾਣੀ ਹੈ ਕਿ ਇੱਕ ਬੇਰੀ ਹੈ, ਉਹਦੇ ਉੱਤੇ ਬੇਰ ਲੱਗੇ ਆ, ਤੇ ਉਹ ਬੇਰ ਲੱਥ ਗਏ, ਤੇ ਬਾਤ ਮਤਲਬ ਇੱਕ ਇਮੇਜਿਨੇਸ਼ਨ ਕਾਲਪਨਿਕ ਜਿਹੜੀ ਹੈ ਬੇਰੀ ਹੈ, ਉਹ ਇੱਕ ਬਾਤ ਉਹ ਖਲੋਤੀ ਰਹੀ, ਉਹ ਖਲੋਤੀ ਰਹੀ ਹੈ, ਤੇ ਉਹਦੇ ਨਾਲ ਕਈ ਜੁੜੀਆਂ ਕਹਾਣੀਆਂ ਹੋ ਜਾਂਦੀਆਂ। ਸੋ ਬੁਝਾਰਤਾਂ ਦੇ ਵਿੱਚ ਵੀ ਬਾਤਾਂ ਹੁੰਦੀਆਂ, ਇਸ ਕਰਕੇ ਅਸੀਂ ਬੁਝਾਰਤ ਨੂੰ ਕਈ ਵਾਰੀ ਕਹਿੰਦੇ ਬਾਤ ਪਾਵਾਂ ਬਤੌਲੀ ਪਾਵਾਂ, ਹਨਾ। ਫਿਰ ਨੀਲੀ ਟੋਲੀ ਚੌਲ ਬੱਧੇ ਦੇ ਨੇ ਗਵਾਚੇ ਰਾਤੀ ਲੱਭੇ, ਹੈਨਾ। ਸੋ ਇਹਦੇ ਨਾਲ ਨੀਲੀ ਟੱਲੀ ਚੌਲ ਬੱਧੇ ਦਿਨੇ ਗਵਾਚੇ ਰਾਤੀ ਲੱਭੇ, ਜਿਵੇਂ ਮਤਲਬ ਤਾਰੇ ਹੈਨਾ, ਚੌਲ ਚਿੱਟੇ ਹੁੰਦੇ ਆ, ਨੀਲੇ ਰੰਗ ਦੀ ਟੱਲੀ। ਦੇਖੋ ਇਮੇਜਿਨੇਸ਼ਨ ਦੇਖੋ, ਉਹਨਾਂ ਦਾ ਕਲਪਨਾ ਦੇਖੋ ਕਿ ਉਹਨਾਂ ਨੇ ਇੱਕ ਪੂਰੇ ਦਾ ਪੂਰਾ ਅਸਮਾਨ ਜਿਹੜਾ ਪੂਰੇ ਅਸਮਾਨ ਨੂੰ ਇੱਕ ਟੱਲੀ, ਤੇ ਜਿਹੜੇ ਚੌਲ ਚਿੱਟੇ ਜਿਹੜੇ ਤਾਰੇ ਨੇ ਉਹਨਾਂ ਨੂੰ ਨੀਲੀ ਟੱਲੀ ਚੌਲ ਬੱਧੇ ਦਿਨੇ ਗਵਾਚੇ ਰਾਤੀ ਲੱਭੇ, ਹੈਨਾ। ਫਿਰ ਦਿਨ ਵੇਲੇ ਨਹੀਂ ਦਿਸਦੇ, ਰਾਤ ਨੂੰ ਲੱਭ ਜਾਂਦੇ। ਫਿਰ ਇਹਦੇ ਨਾਲ ਕਈ ਬੁਝਾਰਤਾਂ ਨਾਲ ਕਿ ਰੂੜ ਤੁਕਾਂ ਵੀ ਹੋ ਜਾਂਦੀਆਂ, ਜਿਵੇਂ ਆਟ ਢਾਂਗਾ ਪਾਟ ਢਾਂਗਾ ਵਿੱਚ ਟਲ ਮਟਲੀਆਂ, ਆਉਣ ਕੁੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ,
ਹੁਣ ਇਹ ਵੀ ਦੇਖੋ ਇਮੇਜਿਨੇਸ਼ਨ, ਕਿਉਂਕਿ ਸਾਡੇ ਆਲੇ ਦੁਆਲੇ ਜੋ ਹੈ ਉਹੀ ਬਾਤਾਂ ਦੇ ਵਿੱਚ ਆਉਂਦਾ ਹੈ ਨਾ। ਉਹਨਾਂ ਦਿਨਾਂ 'ਚ ਖੂਹ ਵਗਦੇ ਸੀ, ਹੁਣ ਅੱਜ ਕੱਲ੍ਹ ਦੇ ਬਾਤਾਂ ਦੇ ਵਿੱਚ ਖੂਹ ਨਹੀਂ ਵਗਦੇ, ਕਿਉਂਕਿ ਉਹਨਾਂ ਨੇ ਬੱਚਿਆਂ ਨੇ ਵੇਖਿਆ ਹੀ ਕੁਛ ਨਹੀਂ, ਨਾ ਮਾਵਾਂ ਨੇ। ਤੇ ਉਹ ਮਤਲਬ ਆਉਣ ਕੁੰਜਾਂ ਦੇਣ ਬੱਚੇ ਨਦੀ ਨਹਾਉਣ, ਉੱਥੇ ਟਿੰਡਾਂ ਨੂੰ ਪਾਣੀ ਭਰ ਕੇ ਲਿਆਉਂਦੀਆਂ, ਦੇਣ ਬੱਚੇ ਪਾਣੀ ਡੋਲਦੀਆਂ ਤੇ ਨਦੀ ਨਹਾਉਣ ਚੱਲੀਆਂ, ਫੇਰ ਚਲੇ ਜਾਂਦੀਆਂ। ਸੋ ਏਦਾਂ ਹੈ ਨਾ। ਤੇ ਹੋਰ ਜਿਵੇਂ ਨੰਦ ਕੁੜੀ ਵਿਆਹੁਣ ਚੱਲੇ, ਚੌਂ ਕੁੱਟਾਂ ਦੇ ਬਾਤ ਪਾਵਾਂ ਬਤੋਲੀ ਪਾਵਾਂ, ਇਹ ਰੂੜ ਤੁਕ ਹੈ ਨਾ। ਬਾਤ ਨੂੰ ਲਾਵਾਂ ਅੱਗੋਂ ਜੋ ਮਰਜ਼ੀ ਲਾ ਲਓ, ਜਿਹੜੀ ਮਰਜ਼ੀ ਨਵੀਂ ਕਰ ਲਓ। ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਨੰਦ ਕੁੜੀ ਵਿਆਹੁਣ ਚੱਲੇ, ਚੌਂ ਕੁੱਟਾਂ ਦੇ ਮੁੰਡੇ। ਹੁਣ ਜਿਵੇਂ ਜਿਹੜੀ ਖਿੱਦੋ ਖੁੰਡੀ ਖੇਡਦੇ ਸੀ ਹੈ ਨਾ, ਤੇ ਨੰਦ ਕੁੜੀ ਵਿਆਹੁਣ। ਸੋ ਇਸ ਤਰੀਕੇ ਦੀਆਂ ਬਾਤਾਂ ਜਿਹੜੀਆਂ ਨੇ, ਉਹਨਾਂ ਦੇ ਬੁਝਾਰਤਾਂ। ਫਿਰ ਕਾਲਾ ਸੀ ਕਲਿੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਅੱਡੋਂ ਪਾਣੀ ਪੀਂਦਾ ਸੀ, ਬਰੋਟੀ ਛਾਵੇਂ ਬਹਿੰਦਾ ਸੀ। ਜਿਵੇਂ ਬਤਾਊਂ ਬੈਂਗਣ, ਤੇ ਕਾਲਾ ਸੀ ਕਲਿੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਮਤਲਬ ਬਤਾਊਂ ਦਾ ਜਿਹੜਾ ਪਿਓ ਵੀ ਕਾਲਾ ਸੀ। ਅੱਡੋਂ ਪਾਣੀ ਪੀਂਦਾ ਸੀ, ਆਡਾਂ ਜਿਵੇਂ ਵਗਦੀਆਂ ਸੀਗੀਆਂ ਖੂਹ ਦੇ ਵਿੱਚੋਂ, ਆਡਾਂ ਨਾਲ ਪਾਣੀ ਖੇਤਾਂ ਨੂੰ ਲਾਉਂਦੇ ਸੀ। ਅੱਡੋਂ ਪਾਣੀ ਪੀਂਦਾ ਸੀ, ਬਰੋਟੀ ਛਾਵੇਂ ਬਹਿੰਦਾ ਸੀ। ਉਹ ਛੋਟੇ ਛੋਟੇ ਪੱਤੇ ਜਿਹਨਾਂ ਦੇ ਉੱਤੇ ਲੱਗਾ। ਸੋ ਹਰ ਬਾਤ ਦੇ ਵਿੱਚ ਆਪਣੀ ਸਾਡੀ ਕਲਪਨਾ ਆ। ਫਿਰ ਉਹਨੂੰ ਅਸੀਂ ਜਿਵੇਂ ਸਾਰਾ ਟੱਬਰ ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਕਾਗਤੀਆਂ, ਸਾਰਾ ਟੱਬਰ ਸੌਂ ਗਿਆ, ਕੜਕੁੱਲੋ ਹੋਰੀ ਜਾਗਦੀਆਂ। ਹੁਣ ਕੜਕੁੱਲੋ ਹੋਰੀ ਕੀ ਜੂਆਂ। ਅੱਜ ਕੱਲ੍ਹ ਦੇ ਬੱਚਿਆਂ ਦੇ ਸ਼ੈਂਪੂ ਪੈਂਦੀਆਂ ਹੀ ਨਹੀਂ, ਉਹਨਾਂ ਨੂੰ ਕਿੱਥੇ ਜਾਗਣੀਆਂ। ਨਹੀਂ ਤਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਸਕੂਲੋਂ ਬੱਚੇ ਆਉਂਦੇ ਹੁੰਦੇ ਸੀ, ਆਉਂਦਿਆਂ ਸਾਰੇ ਮਾਵਾਂ ਨੇ ਮੂਹਰੇ ਬਿਠਾ ਲੈਂਦੀਆਂ ਹੁੰਦੀਆਂ ਸੀਗੀਆਂ, ਪਹਿਲਾਂ ਉਹਨਾਂ ਦੀ ਉਹ ਜੂਆਂ ਹੀ ਜੁਗਣੀਆਂ। ਉਹਦੇ ਵਾਸਤੇ ਵੀ ਦੇਖੋ ਨਾ, ਮਤਲਬ ਸਿਰਜੂ ਆਣੇ ਚੋਰ ਪਏ, ਅੱਖੂ ਆਣੇ ਡਿੱਠੇ, ਪੋਟੂ ਆਣੇ ਫੜੇ ਗਏ ਤੇ ਨੌਜੂ ਆਣੇ ਕੁੱਟੇ। ਸਿਰਜੂ ਆਣੇ ਚੋਰ ਪਏ, ਤੇ ਮੈਂ ਦੇਖਿਆ ਨਾ ਕਿੰਨੇ ਗੱਗੜ ਪਾਣਾ, ਸਿਰਜੂ ਆਣਾ, ਏਦਾਂ ਜਿਹੜੇ ਪਿੰਡਾਂ ਦੇ ਨਾਮ। ਸਿਰਜੂ ਆਣੇ ਚੋਰ ਪਏ ਮਤਲਬ ਸਿਰ ਦੇ ਵਿੱਚ। ਅੱਖੂ ਆਣੇ ਡਿੱਠੇ, ਅੱਖਾਂ ਨੇ ਦੇਖੇ, ਪੋਟੂ ਆਣੇ ਫੜੇ ਗਏ ਤੇ ਨੌਜੂ ਆਣੇ ਕੁੱਟੇ, ਤੇ ਨੌ ਤੇ ਰੱਖ ਕੇ। ਸੋ ਇਸ ਤਰ੍ਹਾਂ ਮਤਲਬ ਸਾਡਾ ਨਾ ਜਿਹੜੀ ਅਸੀਂ ਚੀਜ਼ਾਂ ਆਲੇ ਦੁਆਲੇ ਸਾਡੇ ਹੈਗੀਆਂ, ਜਾਂ ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਵਾਹ ਪੈਂਦਾ, ਉਹ ਸਾਡੀਆਂ ਆਪ ਮੁਹਾਰੇ ਸਾਡੇ ਬਾਤਾਂ ਦਾ ਆ ਜਾਂਦੀਆਂ। ਸੋ ਸਾਡਾ ਸੱਭਿਆਚਾਰ ਜਿਹੜਾ ਇੰਨਾ ਸਾਡਾ, ਕਿਉਂਕਿ ਹਰ ਮੁਲਕ ਦਾ ਇੱਕ ਆਪਣਾ ਆਪਣਾ ਇੱਕ ਲੋਕ ਸਾਹਿਤ ਹੈ। ਲੋਕ ਸਾਹਿਤ ਜਿਹੜਾ ਵਾ ਉਹ ਪੀੜ੍ਹੀਓਂ ਪੀੜ੍ਹੀ ਅੱਗੇ ਤੁਰਦਾ ਜੀ। ਔਰ ਜਿਵੇਂ ਤੁਸੀਂ ਸੱਭਿਆਚਾਰ ਦੀ ਗੱਲ ਕੀਤੀ, ਔਰ ਇਹ ਲੋਕ ਬਾਤਾਂ ਜਿਹੜੀਆਂ ਸਾਡੇ ਸੱਭਿਆਚਾਰ ਦਾ ਇੱਕ ਅੰਗ ਆ। ਔਰ ਇਹ ਕਿਉਂਕਿ ਸਮਾਂ ਬਦਲਦਾ ਹੈ, ਦੌਰ ਗੁਜ਼ਰ ਜਾਂਦੇ ਨੇ, ਅੱਗੇ ਤੋਂ ਅੱਗੇ ਇਨਸਾਨ ਵੱਧਦਾ ਰਹਿੰਦਾ ਹੈ। ਹੁਣ ਜਿਵੇਂ ਤੁਸੀਂ ਆਪ ਹੀ ਗੱਲ ਕੀਤੀ ਕਿ ਹੁਣ ਨਾ ਖੂਹ ਰਹੇ ਆ, ਨਾ ਟਿੰਡਾਂ ਰਹੀਆਂ, ਨਾ ਹੁਣ ਤਾਂ ਆਡਾਂ ਵੀ ਨਹੀਂ ਰਹੀਆਂ, ਹੁਣ ਤਾਂ ਉਹ ਵੀ ਲੋਕਾਂ ਨੇ ਥੱਲੇ ਦੀ ਅੰਡਰਗਰਾਉਂਡ ਪਾਈਪ ਪਾ ਦਿੱਤੇ ਆ, ਜਿੱਥੇ ਜਿੰਨੀ ਜ਼ਰੂਰਤ ਹੈ ਉੱਥੇ ਉਹਨਾਂ ਪਾਣੀ ਪੈ ਜਾਂਦਾ। ਬਿਲਕੁਲ ਜੀ। ਤੇ ਗੱਲ ਇਹ ਹੈ ਕਿ ਹੁਣ ਜਿਹੜਾ ਆ ਉਸ ਬਦਲਣ ਦੇ ਨਾਲ, ਦੌਰੇ ਤਰੱਕੀ ਦੇ ਵਿੱਚ, ਇਹ ਜਿਹੜੀਆਂ ਸਾਡੀਆਂ ਲੋਕ ਬਾਤਾਂ ਜਿਹੜੀਆਂ, ਇਹ ਵੀ ਆਪਣਾ ਰੂਪ ਰੰਗ ਵਟਾਉਂਦੀਆਂ। ਦੇਖੋ ਕੋਈ ਚੀਜ਼ ਖਤਮ ਨਹੀਂ ਹੁੰਦੀ। ਤੁਸੀਂ ਕਹਿੰਦੇ ਨਾ ਲੋਕ ਗੀਤ ਉਹਦੇ ਵਿੱਚ, ਕਿਉਂਕਿ ਇਹ ਇੱਕ ਐਸਾ ਪ੍ਰਵਾਹ ਹੈ ਜਿਹੜਾ ਕਿ ਹਮੇਸ਼ਾ ਚੱਲਦਾ ਰਹਿੰਦਾ, ਕਿਤੇ ਖੜੋਤ ਨਹੀਂ ਆਉਂਦੀ, ਔਰ ਹਮੇਸ਼ਾ ਤਰੋ ਤਾਜ਼ਾ ਰਹਿੰਦਾ। ਇਹਦੇ ਵਿੱਚ ਪੁਰਾਣਾ ਕੁਝ ਲੱਥਦਾ ਜਾਂਦਾ, ਉਹਦੀ ਥਾਂ ਤੇ ਨਵਾਂ ਭਰਦਾ ਜਾਂਦਾ। ਹੁਣ ਮੈਂ ਦੱਸਦੀ, ਮੈਂ ਮੇਰਾ ਇੱਕ ਭਤੀਜਾ ਛੋਟਾ ਜਿਹਾ, ਉਹਨੂੰ ਗੁਰੂ ਨਾਨਕ ਦੇਵ ਜੀ ਵਾਲੀ ਉਹ ਸਾਖੀ ਸੁਣਾਈ ਤੇ ਉਹ ਗੁਰੂ ਜੀ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ। ਉਹਨਾਂ ਨੇ ਉਹਨਾਂ ਨੂੰ ਰਸਦ ਲਿਆ ਕੇ ਤੇ ਖਵਾਈ ਭੁੱਖੇ ਸਾਧੂਆਂ ਨੂੰ, ਹੈ ਨਾ। ਉਹਨੂੰ ਜਦੋਂ ਬਾਤ ਸੁਣਾਏ ਤੇ ਹੁਣ ਉਹ ਰਸਦ ਤਾਂ ਉਹਨੂੰ ਭੁੱਲ ਗਿਆ ਵੀ ਕੀ ਖਵਾਇਆ, ਸਾਰਾ ਕੁਛ ਹੈ। ਹੁਣ ਉਹ ਕਹਿੰਦਾ, ਫਿਰ ਉਹ ਅੱਗੋਂ ਬਾਤ ਸੁਣਾ ਰਿਹਾ ਕਿਸੇ ਆਪਣੇ ਦੋਸਤ ਨੂੰ, ਕਹਿੰਦਾ ਫਿਰ ਗੁਰੂ ਜੀ ਨੇ ਉਹਨਾਂ ਨੂੰ ਭੁੱਖੇ ਸਾਧੂਆਂ ਨੂੰ ਪੀਜ਼ਾ ਖਵਾਇਆ। ਭੁੱਲ ਗਿਆ ਨਾ। ਹੁਣ ਜੋ ਅੱਜ ਕੱਲ੍ਹ ਚੱਲਦਾ ਉਹਦੇ ਵਿੱਚ ਗੱਲ ਉਹੀ ਰਹੀ ਹੈ, ਬਾਤ ਰਹੀ ਖਲੋਤੀ, ਮਤਲਬ ਜਿਹੜੀ ਹੈ ਉਹ ਬਾਤ ਉੱਥੇ ਰਹਿੰਦੀ ਹੈ, ਪਰ ਉਹਦੇ ਵਿੱਚ ਸਾਡੇ ਸੱਭਿਆਚਾਰ ਦਾ ਅੱਜ ਦੇ ਜੀਵਨ ਜਾਚ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਨਾਲ ਅਸੀਂ ਜੋੜਦੇ ਰਹਿੰਦੇ ਹਾਂ। ਗੱਲ ਉਹੀ ਰਹਿੰਦੀ ਹੈ, ਉਹ ਤਰੋ ਤਾਜ਼ਾ ਰਹਿੰਦੇ ਆ। ਸੋ ਇੱਕ ਵਗਦੇ ਦਰਿਆ ਵਾਂਗੂ ਹੁੰਦੇ ਆ, ਜਿਹੜੀਆਂ ਕਿ ਹਮੇਸ਼ਾ ਉਹ ਵੀ ਰਹਿੰਦੀ ਹੈ ਤੇ ਕੁਝ ਹੋਰ ਵੀ, ਉਹ ਚੀਜ਼ ਵੀ ਰਹਿੰਦੀ ਹੈ ਤੇ ਵਗਦਾ ਦਰਿਆ ਤੇ ਕੁਝ ਹੋਰ ਵੀ, ਕਿਉਂਕਿ ਨਵਾਂ ਵਿੱਚ ਐਡ ਹੁੰਦਾ ਰਹਿੰਦਾ। ਲੋਕ ਬਾਤਾਂ ਦਾ ਦਰਿਆ ਵਗ ਰਿਹਾ ਇਸ ਵੇਲੇ, ਤੇ ਇਸ ਦਰਿਆ ਨੂੰ ਅਸੀਂ ਫਿਰ ਅੱਗਿਓਂ ਦੀ ਹੋ ਕੇ ਥੋੜਾ ਨੀਝ ਨਾਲ ਤੱਕਾਂਗੇ। ਇੱਕ ਖੂਬਸੂਰਤ ਜਿਹਾ ਗੀਤ ਤੁਹਾਨੂੰ ਵੀ ਤੇ ਦਰਸ਼ਕਾਂ ਨੂੰ ਵੀ ਦਿਖਾਉਂਦੇ ਆ, ਆਓ ਜੁੜਦੇ ਹਾਂ। ਠੀਕ ਹੈ, ਸੁਣਾਓ ਜੀ। ਮੈਂ ਸੋਚ ਰਹੀ ਸੀ ਕਿ ਗੀਤ ਵੀ ਸੁਣਾਓ।
ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ। ਤੇ ਗੱਲਾਂ ਤੇ ਗੀਤ ਵਿੱਚ ਅੱਜ ਅਸੀਂ ਬਾਤਾਂ ਪਾ ਰਹੇ ਹਾਂ, ਉਹ ਬਾਤਾਂ ਜਿਹੜੀਆਂ ਕਿ ਅਸੀਂ ਵਿਸਾਰ ਚੁੱਕੇ ਹਾਂ ਜਾਂ ਸਾਡੇ ਬੱਚਿਆਂ ਨੂੰ ਅੱਜ ਅਸੀਂ ਸੁਣਾ ਨਹੀਂ ਰਹੇ। ਲੋਕ ਬਾਤਾਂ ਦਾ ਜ਼ਿਕਰ ਹੋ ਰਿਹਾ ਔਰ ਸਾਡੇ ਨਾਲ ਅੱਜ ਗੱਲਾਂ ਬਾਤਾਂ ਦੇ ਵਿੱਚ ਸ਼ਾਮਿਲ ਨੇ ਡਾਕਟਰ ਤੇਜਿੰਦਰ ਕੌਰ ਜੀ, ਔਰ ਇਹਨਾਂ ਨੇ ਵੀ ਬਹੁਤ ਵੱਡੀ ਦੇਣ ਹੈ ਇਹਨਾਂ ਦੀ, ਕਿਉਂਕਿ ਇਹਨਾਂ ਨੇ ਬਹੁਤ ਕਿਤਾਬਾਂ ਜਿਹੜੀਆਂ ਉਹ ਆਪਣੇ ਸੱਭਿਆਚਾਰ ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਨੇ। ਔਰ ਬਾਤਾਂ ਦੇਸ਼ ਵਿਦੇਸ਼ ਦੀਆਂ ਉਹ ਇਹਨਾਂ ਦੀ ਇੱਕ ਕਿਤਾਬ ਆ, ਔਰ ਉਸ ਕਿਤਾਬ ਦੇ ਬਾਰੇ ਵੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਜਿਹੜੀ ਬਾਤਾਂ ਦੇਸ਼ ਵਿਦੇਸ਼ ਦੀਆਂ ਬਾਤਾਂ ਵੱਖੋ ਵੱਖਰੇ ਸੂਬਿਆਂ ਦੀਆਂ ਵੱਖਰੀਆਂ ਵੱਖਰੀਆਂ, ਹਰ ਇੱਕ ਦੇਸ਼ ਦੀਆਂ ਵੱਖਰੀਆਂ ਵੱਖਰੀਆਂ, ਔਰ ਉਹਨਾਂ ਨੂੰ ਫਿਰ ਤੁਸੀਂ ਦੇਖ ਕੇ ਸੁਣ ਕੇ ਮਹਿਸੂਸ ਕਰਕੇ ਇੱਕ ਕਿਤਾਬ ਦਾ ਰੂਪ ਦਿੱਤਾ। ਇਹ ਵੱਖਰੇਵਾਂ ਕਿੰਨਾ ਕਿਹਾ, ਕਿੱਦਾਂ ਦਾ ਲੱਗਦਾ ਹੈ? ਦੇਖੋ, ਬਾਤਾਂ ਦੇਸ਼ ਵਿਦੇਸ਼ ਦੀਆਂ ਜਿਹੜੇ, ਕਿਉਂਕਿ ਇਹਦੇ ਵਿੱਚ ਇੱਕ ਗੱਲ ਜਿਹੜੀ ਸਾਂਝੀ ਹੈ ਕਿ ਲੋਕ ਮਨ ਹਰ ਜਗ੍ਹਾ ਇੱਕੋ ਜਿਹਾ ਹੁੰਦਾ ਜੀ ਹੈ ਨਾ। ਅਸੀਂ ਕਿਤੇ ਵੀ ਸੋ ਮੈਂ ਇਸ ਤਰੀਕੇ ਨਾਲ ਹੀ ਕੁਝ ਬਾਤਾਂ ਬਾਹਰਲੇ ਮੁਲਕਾਂ ਦੀਆਂ ਸੁਣੀਆਂ, ਕੁਝ ਮੈਂ ਨੈਟ ਤੇ ਪੜ੍ਹੀਆਂ, ਕੁਝ ਇਸ ਤਰੀਕੇ ਨਾਲ ਮੈਨੂੰ ਲੱਗਾ। ਮੈਂ ਆਪਣੀ ਬੇਟੀ ਕੋਲ ਗਈ ਸੀ ਬੰਬੇ, ਤੇ ਉਹਦੇ ਕੋਲ ਕੁਝ ਦਿਨ ਰਹੀ, ਤੇ ਮੈਂ ਕੁਝ ਬਾਤਾਂ ਜਿਹੜੀਆਂ ਨੇ ਕਿਤੋਂ ਪੜ੍ਹੀਆਂ ਅੰਗਰੇਜ਼ੀ ਚ, ਜਿਹੜੀਆਂ ਅਨੁਵਾਦ ਕੀਤੀਆਂ ਵੱਖਰੇ ਵੱਖਰੇ ਮੁਲਕਾਂ ਦੀਆਂ ਅੰਗਰੇਜ਼ੀ ਚ ਅਨੁਵਾਦ ਕੀਤੀਆਂ ਸੀ। ਔਰ ਮੈਂ ਪੜ੍ਹ ਕੇ ਮੈਨੂੰ ਬਿਲਕੁਲ ਜਿਹੜੀ ਗੱਲ ਮੈਂ ਸੁਣੀ ਸੀ ਜਾਂ ਕਰਕੇ ਵੀ ਲੋਕ ਮਨ ਜਿਹੜਾ ਇੱਕੋ ਜਿਹਾ ਹੁੰਦਾ ਹੈ, ਉਹ ਮੈਨੂੰ ਵਾਕਈ ਲੱਗਾ ਕਿ ਲੋਕ ਮਨ ਇੱਕੋ ਜਿਹਾ ਹੈ। ਫਿਰ ਮੈਂ ਸੋਚਿਆ ਕਿ ਜਿਹੜੀਆਂ ਇਹ ਬਾਤਾਂ ਜ਼ਰੂਰੀ ਨਹੀਂ ਕਿ ਸਾਰੇ ਮਤਲਬ ਇੰਗਲਿਸ਼ ਸਮਝ ਸਕਦੇ ਹੋਣੇ ਆ ਜਾਂ ਇਸ ਨੂੰ ਪੜ੍ਹ ਸਕਦੇ ਹੋਣੇ ਆ, ਕਿਉਂਕਿ ਜਿਹਨੇ ਅੰਗਰੇਜ਼ੀ ਚ ਅਨੁਵਾਦ ਕੀਤੀਆਂ ਸ਼ਾਇਦ ਉਹਨੇ ਵੀ ਵੱਖ-ਵੱਖ ਸੋਚ ਕੇ ਕੀਤੀਆਂ ਹੋਣੀਆਂ। ਤੇ ਮੈਨੂੰ ਲੱਗਾ ਕਿ ਇਹ ਲੋਕ ਮਨ ਇੱਕੋ ਜਿਹਾ ਹੈ, ਤੇ ਇਹ ਸਾਡੇ ਸਾਰੇ ਲੋਕਾਂ ਤੱਕ, ਉਹਨਾਂ ਤੱਕ ਵੀ ਜੋ ਇਹ ਭਾਸ਼ਾ ਨਹੀਂ ਜਾਣਦੇ ਜਾਂ ਉਹਨਾਂ ਤੱਕ ਵੀ ਪਹੁੰਚਣੀਆਂ ਚਾਹੀਦੀਆਂ। ਔਰ ਮੈਂ ਵੇਖਿਆ ਵੀ ਇਸੇ ਖਿਆਲ ਦੇ ਨਾਲ ਮੇਰੀ ਬੇਟੀ ਨੇ ਮੈਨੂੰ ਵੈਸੇ ਸਲਾਹ ਦਿੱਤੀ ਕਿ ਤੁਸੀਂ ਇਹਨਾਂ ਨੂੰ ਪੰਜਾਬੀ ਚ ਅਨੁਵਾਦ ਕਰ ਦਿਓ ਤਾਂ ਕਿ ਲੋਕ ਉਹਨਾਂ ਨੂੰ ਜਾਣ ਸਕਣ। ਸੋ ਮੈਂ ਬਹੁਤ ਸਾਰੀਆਂ ਬਾਤਾਂ ਜਿਹੜੀਆਂ ਨੇ ਇਹ ਇਕੱਠੀਆਂ ਕਰਕੇ, ਮਤਲਬ ਤਕਰੀਬਨ 21 ਬਾਤਾਂ ਨੇ ਜਿਹੜੀਆਂ ਕਿ ਵੱਖਰੇ ਵੱਖਰੇ ਮੁਲਕਾਂ ਦੀਆਂ ਇਕੱਠੀਆਂ ਕਰਕੇ, ਤੇ ਮੈਂ ਉਹ ਬਾਤਾਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਇੱਕ ਕਿਤਾਬ ਛਪਵਾਈ ਹੈ। ਤੇ ਉਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਇੱਕ ਮਾੜੀ ਜਿਹੀ ਗੱਲ ਦੱਸਦੀ ਹਾਂ। ਮੈਕਸੀਕੋ ਦੀ ਇੱਕ ਬਾਤ ਹੈ ਜੀ, ਉਹ ਕਿਸਾਨ ਬਾਰੇ ਹੈ ਕਿ ਅੱਜ ਕੱਲ੍ਹ ਸਾਡੇ ਵੀ ਕਿਸਾਨ ਦਾ ਇਹ ਚੱਲ ਰਿਹਾ। ਉਹ ਕਿਸਾਨ ਬਾਰੇ ਹੈ ਕਿ ਉਹ ਕਿਸਾਨ ਜਿਹੜਾ ਆ ਉਹ ਇੱਕ ਬਹੁਤ ਗਰੀਬ ਸੀਗਾ। ਹੁਣ ਜਿਵੇਂ ਸਾਡੇ ਵੀ ਕਿਸਾਨ ਜਿਹੜਾ ਉਹਦੀ ਹਾਲਤ ਤੁਸੀਂ ਵੇਖਦੇ ਹੋ, ਅੰਨ ਉਗਾਉਂਦਾ, ਸਭ ਕੁਝ ਕਰਦਾ, ਪਰ ਬਹੁਤ ਗਰੀਬ ਕਿਸਾਨ ਸੀ। ਮੈਕਸੀਕੋ ਦੀ ਗੱਲ ਕਰ ਰਹੀ ਹਾਂ ਮੈਂ, ਬਾਤ ਹੈ ਮਤਲਬ ਦੀ ਵੀ ਬਹੁਤ ਗਰੀਬ ਕਿਸਾਨ ਸੀ। ਉਹ ਚਾਹੁੰਦਾ ਸੀ ਕਿ ਮੈਂ ਮਤਲਬ ਰੋਟੀ ਜਿਹੜੀ ਆ ਪੇਟ ਭਰ ਕੇ ਉਹਨੂੰ ਨਹੀਂ ਸੀ ਮਿਲਦੀ, ਪਰਿਵਾਰ ਉਹਦਾ ਵੱਧਦਾ ਗਿਆ, ਤੇ ਉਹਨੂੰ ਲੱਗਾ ਵੀ ਮੈਂ ਇਹ ਜਿਹੜੀਆਂ ਰੋਟੀ ਆਪ ਜਿਹੜੀ ਹੈ, ਉਹਨੇ ਕਦੇ ਵਿਚਾਰੇ ਨੇ ਨਾ ਆਪ ਰੱਜ ਕੇ ਰੋਟੀ ਨਹੀਂ ਖਾਧੀ ਸੀ। ਸੋ ਇੱਕ ਦਿਨ ਉਹ ਇੰਨਾ ਦੁਖੀ ਹੋ ਗਿਆ, ਇੰਨਾ ਭੁੱਖ ਲੱਗੀ ਉਹਨੂੰ, ਉਹ ਕਹਿੰਦਾ ਵੀ ਮੈਂ ਇੱਕ ਦਿਨ ਜ਼ਿੰਦਗੀ ਦੇ ਵਿੱਚ ਰੱਜ ਕੇ ਰੋਟੀ ਖਾਣੀ ਆ। ਤੇ ਉਹਨੇ ਨਾ ਕੁੱਕੜ ਚੋਰੀ ਕੀਤਾ ਕਿਤੋਂ, ਕੁੱਕੜ ਵੀ ਮੈਂ ਇਹ ਮੁਰਗਾ ਬਣਾ ਕੇ ਕੁੱਕੜ ਇਹਦਾ, ਤੇ ਇਹਨੂੰ ਲੈ ਜਾਣਾ ਚੋਰੀ ਕਰਕੇ ਪਹਾੜਾਂ ਦੇ ਪਿੱਛੇ, ਗੁਫਾ ਦੇ ਪਿੱਛੇ ਲੁਕ ਕੇ ਨਾ ਕਿਤੇ ਪੱਥਰ ਕੱਟ ਕੇ ਉਹਦਾ ਚੁੱਲ੍ਹਾ ਬਣਾ ਕੇ ਉਹਦੇ ਤੇ ਅੱਗ ਬਾਲ ਕੇ ਤੇ ਉਹ ਖਾਣ ਲੱਗ, ਮਤਲਬ ਉਹਦੇ ਰਿੰਨ ਕੇ, ਤੇ ਉਹਨੇ ਜਦ ਦੇਖਿਆ ਫਿਰ ਜਦ ਬਣਾ ਲਿਆ ਉਹਨੇ ਅੱਗ ਬਾਲ ਕੇ ਕਿਸ ਤਰ੍ਹਾਂ, ਤੇ ਉਹ ਕਹਿੰਦਾ ਵੀ ਹੁਣ ਮੈਂ ਇਹਨੂੰ ਇਕੱਲੇ ਬਹਿ ਕੇ ਖਾਣਾ, ਮੈਂ ਕਿਸੇ ਨਾਲ, ਅੱਜ ਆਪਣੇ ਮੇਰੇ ਬੱਚੇ ਵੀ ਆ ਰਹੇ ਉਹਨਾਂ ਨੂੰ ਵੀ ਨਹੀਂ ਦੇਣਾ ਮੈਂ, ਮਤਲਬ ਇਹਨਾਂ ਤੁਸੀਂ ਇੱਕ ਦਿਨ ਮੈਂ ਰੋਟੀ ਰੱਜ ਕੇ ਖਾ ਕੇ ਵੇਖਣੇ ਆ। ਤੇ ਉਹ ਜਦੋਂ ਬਣਾਇਆ ਉਹਨੇ, ਤੇ ਉਹ ਲਾਗੋਂ ਦੀ ਇੱਕ ਨਾ ਰਾਈ, ਉਹ ਕਹਿੰਦਾ ਹਾਂ ਰੱਬਾ ਅੱਜ ਮੈਂ, ਮਤਲਬ ਹਾਏ ਰੱਬਾ ਮੈਂ ਕਦੇ ਨਹੀਂ ਖਾਧੀ, ਅੱਜ ਮੈਂ ਰੋਟੀ ਖਾਵਾਂਗਾ ਰੱਜ ਕੇ। ਤੇ ਉਹ ਜਦੋਂ ਖਾਣ ਠੰਡਾ ਕਰਨ ਰੱਖਿਆ ਨਾ, ਤੇ ਉਹ ਇੱਕ ਰਾਈ ਲਾਗੋਂ ਲੰਘਿਆ, ਉੱਥੇ ਆ ਗਿਆ, ਤੇ ਕਹਿੰਦਾ ਆ ਕੇ ਉਹਨੇ ਕਿਹਾ ਵੀ ਸ਼ੁਭ ਸਵੇਰ, ਹੈ ਨਾ। ਉਹ ਕਹਿੰਦਾ ਵੀ ਤੈਨੂੰ ਵੀ ਸ਼ੁਭ ਸਵੇਰ। ਤੇ ਕਹਿੰਦਾ ਵੀ ਤੂੰ, ਮੈਂ ਨਾ ਇੱਥੋਂ ਲੰਘ ਰਿਹਾ ਸੀਗਾ, ਤੇ ਮੈਂ ਸੋਚਿਆ ਮੈਨੂੰ ਬੜੀ ਭੁੱਖ ਲੱਗੀ ਸੀ, ਮੈਂ ਤੈਨੂੰ ਵੇਖਿਆ, ਮੈਂ ਕਿਹਾ ਸ਼ਾਇਦ ਤੇਰੇ ਕੋਲ ਕੁਝ ਖਾਣ ਲਈ ਹੋਵੇਗਾ। ਕਹਿੰਦਾ ਨਾ ਮੇਰੇ ਕੋਲ ਕੁਝ ਨਹੀਂ ਹੈਗਾ ਖਾਣ ਲਈ, ਮੇਰੇ ਕੋਲ ਕੁਝ ਨਹੀਂ, ਮੁੱਕਰ ਗਿਆ ਮਤਲਬ ਉਸ ਨਾਲ। ਉਹਨੂੰ ਅਸੀਂ ਵੀ ਅੱਜ ਮੈਂ ਰੋਟੀ, ਪਰ ਕਹਿੰਦਾ ਰੱਬਾ ਵੀ ਤੂੰ ਇੱਥੇ ਵੀ ਮੈਨੂੰ ਵੀ ਮੇਰੇ ਕੋਈ ਨਾ ਕੋਈ ਆ ਗਿਆ। ਤੇ ਉਹ ਕਹਿੰਦਾ ਨਹੀਂ ਮੇਰੇ ਕੋਲ ਕੁਝ ਵੀ ਨਹੀਂ। ਉਹ ਕਹਿੰਦਾ ਨਹੀਂ, ਤੇਰੀ ਮਹਿਕ ਤੇ ਦੂਰ ਦੂਰ ਆ ਰਹੀ ਹੈ, ਮੁਰਗਾ ਬਣਦਾ ਪਿਆ। ਤੇ ਕਹਿੰਦਾ ਅੱਛਾ ਤੈਨੂੰ ਪਤਾ ਲੱਗ ਗਿਆ, ਅੱਛਾ ਚੱਲ ਲੱਗ ਗਿਆ ਤੇ ਲੱਗ ਗਿਆ, ਜਾ ਮੈਂ ਅੱਜ ਨਹੀਂ ਦੇਣੀ ਰੋਟੀ ਤੈਨੂੰ। ਉਹ ਕਹਿੰਦਾ ਦੇ ਮੈਨੂੰ ਥੋੜਾ ਜਿਹਾ ਭੁੱਖ। ਆਂਦਾ ਨਾ ਬਿਲਕੁਲ ਨਹੀਂ, ਅੱਜ ਨਹੀਂ ਮੈਂ ਕਿਸੇ ਨਾਲ ਸ਼ੇਅਰ ਕਰਨੀ। ਉਹ ਕਹਿੰਦਾ ਵੀ ਮੈਂ, ਜੇ ਤੈਨੂੰ ਪਤਾ ਲੱਗਾ ਨਾ ਮੈਂ ਕੌਣ ਆ, ਤੇ ਤੂੰ ਮੈਨੂੰ ਨਾ ਹੀ ਨਹੀਂ ਕਰ ਸਕਦਾ। ਉਹ ਕਹਿੰਦਾ ਤੂੰ ਜੋ ਮਰਜ਼ੀ ਹੋਵੇ, ਮੈਂ ਨਹੀਂ ਤੈਨੂੰ ਰੋਟੀ ਦੇਣੀ, ਅੱਜ ਨਹੀਂ ਦੇਣੀ ਮੈਂ। ਫਿਰ ਉਹ ਕਹਿੰਦਾ ਵੀ ਮੈਂ ਤੈਨੂੰ ਪਤਾ ਲੱਗ ਗਿਆ ਨਾ, ਤੇ ਤੂੰ ਇੱਕ ਵਾਰੀ ਪੁੱਛ ਤੇ ਲੈ ਨਾ ਮੈਂ ਕੌਣ ਆ, ਤੇ ਫਿਰ ਤੂੰ ਭਾਵੇਂ ਦੇਖੀ ਤੇ ਪਰ ਤੂੰ ਦੇਂਗਾ ਮੈਨੂੰ। ਉਹ ਕਹਿੰਦਾ ਕੌਣ ਹੈ ਤੂੰ, ਦੱਸ, ਚੱਲ ਦੱਸ ਹੀ ਲੈ ਤੂੰ ਕੌਣ ਹੈ ਨਾ। ਉਹ ਕਹਿੰਦਾ ਮੈਂ ਰੱਬ ਆ। ਅੱਛਾ ਹੈ, ਤੇ ਮੈਂ ਰੱਬ ਆ। ਆਂਦਾ ਤੈਨੂੰ ਤਾਂ ਬਿਲਕੁਲ ਨਹੀਂ ਦੇਣੀ।
ਤੂੰ ਤਾਂ ਮੈਨੂੰ ਰੱਖੇ ਭੁੱਖਾ ਕੋਈ ਹੁੰਦਾ ਤੇ ਸ਼ਾਇਦ ਮੈਂ ਸੋਚਦਾ ਕਹਿੰਦਾ ਤੈਨੂੰ ਤੇ ਮੈਂ ਬਿਲਕੁਲ ਨਹੀਂ ਦੇਣਾ, ਤੂੰ ਇੰਨੀ ਕਾਣੀ ਵੰਡ ਕਰਦਾ, ਕੋਈ ਇੰਨਾ ਗਰੀਬ, ਕੋਈ ਇੰਨਾ ਅਮੀਰ, ਸਾਡੇ ਵਰਗਿਆਂ ਨੂੰ ਰੋਟੀ ਵੀ ਨਹੀਂ ਮਿਲਦੀ, ਕਈ ਇੰਨੇ ਅਮੀਰ ਨੇ ਜਿਹੜੇ ਕਿ ਉਹਨਾਂ ਦੇ ਕੋਲ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਖਰਚੀਏ, ਤੂੰ ਨਾ, ਤੈਨੂੰ ਤੇ ਬਿਲਕੁਲ ਵੀ ਨਹੀਂ ਦੇਣੀ, ਜੋ ਮਰਜ਼ੀ ਕਰ ਲਾ ਭਾਵੇਂ। ਉਹ ਵਿਚਾਰੇ ਨੇ ਬੜੀ ਬਹਿਸ ਕੀਤੀ, ਉਹ ਚਲਾ ਗਿਆ। ਹਾਂ, ਉਸ ਤੋਂ ਬਾਅਦ ਫਿਰ ਉਹ ਜਦੋਂ ਚਲਾ ਗਿਆ ਆਂਦਾ ਹੁਣ ਮੈਂ ਖਾਣਾ, ਅੱਜ ਨਹੀਂ ਦੇਣੀ ਮੈਂ। ਫਿਰ ਉਸ ਤੋਂ ਬਾਅਦ ਜਿਹੜਾ ਨਾ ਉਦੋਂ ਬਾਅਦ ਇੱਕ ਹੋਰ ਆ ਗਿਆ ਉਦਾਂ ਹੀ, ਉਹ ਕਹਿੰਦਾ ਉਹਨੂੰ ਵੀ ਮੁੱਕਰ ਗਿਆ, ਕਹਿੰਦਾ ਮੇਰੇ ਕੋਲ ਨਹੀਂ ਹੈਗੀ ਰੋਟੀ, ਮੈਂ ਨਹੀਂ ਦੇਣੀ ਕਿਸੇ ਨੂੰ, ਨਹੀਂ ਅੱਜ ਨਹੀਂ ਮੈਂ ਦੇਣੀ, ਅੱਜ ਨੇ ਤਾਂ ਹਿਆ ਕੀਤਾ ਸੀ। ਉਹ ਵੀ ਮੰਨ ਗਿਆ, ਉਹ ਕਹਿੰਦਾ ਜੇ ਤੈਨੂੰ ਪਤਾ ਲੱਗਾ ਨਾ ਮੈਂ ਕੌਣ ਆ ਤੇ ਤੂੰ ਮਤਲਬ ਮੈਨੂੰ ਜ਼ਰੂਰ ਦੇਗਾ। ਫਿਰ ਉਹ ਬੜੀ ਬਹਿਸ ਤੋਂ ਬਾਅਦ, ਕਿਉਂਕਿ ਕਹਾਣੀ ਤੇ ਲੰਬੀ ਹੈ ਨਾ, ਮੈਂ ਉਹਦੇ ਵਿੱਚ ਵਾਈਂਡ ਅਪ ਕਰਦੀ ਹਾਂ, ਤੇ ਉਹਨੇ ਕਿਹਾ ਵੀ ਤੈਨੂੰ ਜੇ ਪਤਾ ਲੱਗ, ਕਹਿੰਦਾ ਚੰਗਾ ਚੱਲ ਤੂੰ ਵੀ ਦੱਸ ਲੈ, ਜਾ ਮੈਂ ਨਹੀਂ ਦੇਣੀ, ਮੈਂ ਹੈਗਾ ਮੇਰੇ ਕੋਲ ਪਰ ਮੈਂ ਦੇ ਦੇਣਾ। ਉਹ ਕਹਿੰਦਾ ਮੈਂ, ਤੂੰ ਕੌਣ ਹੈ? ਆਂਦਾ ਮੈਂ ਆ ਮੌਤ। ਅੱਛਾ, ਹੈ ਨਾ। ਉਹ ਫਿਰ ਇੱਕਦਮ ਲਈ ਚੁੱਪ ਕਰ ਗਿਆ, ਆਂਦਾ ਤੈਨੂੰ ਤੇ ਦੇਣਾ ਹੀ ਪਊਗਾ, ਕਿਉਂਕਿ ਤੂੰ ਕਦੇ ਵਿਤਕਰਾ ਨਹੀਂ ਕਰਦੀ ਹੈ, ਤੂੰ ਮਤਲਬ ਤੇਰੇ ਵਾਸਤੇ ਮਤਲਬ ਜਿਹੜਾ ਗਰੀਬ ਵੀ ਇੱਕੋ ਜਿਹਾ, ਅਮੀਰ ਵੀ ਇੱਕੋ ਜਿਹਾ, ਭਾਵੇਂ ਰਾਜਾ ਭਾਵੇਂ ਰੰਕ, ਭਾਵੇਂ ਕਿੰਨਾ, ਉਹਨੂੰ ਆਉਣੀ ਆ, ਤੂੰ ਉਹਨੂੰ ਲੈ ਕੇ ਜਾਣਾ ਹੀ ਜਾਣਾ, ਤੇ ਮੈਂ ਇਸ ਕਰਕੇ ਤੈਨੂੰ ਜਿਹੜੀ ਆ ਨਾ ਰੋਟੀ ਉਹ ਦੇ ਸਕਦਾ। ਸੋ ਮੈਨੂੰ ਲੱਗਾ ਵੀ ਉਹ ਲੋਕ ਮਨ ਜਿਹੜੇ ਜਿੱਥੇ ਉਹ ਜਿਹੇ ਹਾਲਾਤ ਹੋਣ ਉੱਥੇ ਹਰ ਜਗ੍ਹਾ ਇੱਕੋ ਜਿਹਾ ਹੁੰਦਾ। ਸੋ ਇਹਦੇ ਵਿੱਚ ਜਿੰਨੀਆਂ ਵੀ ਕਹਾਣੀਆਂ ਨੇ ਤੁਸੀਂ ਜੇ ਪੜੋਗੇ ਨਾ ਤੁਹਾਨੂੰ ਲੱਗੇਗਾ ਕਿ ਸਾਡੇ ਆਪਣੀ ਗੱਲ ਆ, ਭਾਵੇਂ ਉਹ ਮੈਕਸੀਕੋ ਦੀ ਆ, ਭਾਵੇਂ ਜਿਹੜੇ ਇੰਡੀਅਨ ਜਿਹੜੇ ਮੂਲ ਨਿਵਾਸੀ ਨੇ, ਭਾਵੇਂ ਪੋਲੈਂਡ ਦੀ ਆ, ਮਤਲਬ ਇਹਦੇ ਵੱਖਰੇ ਵੱਖਰੇ ਮੁਲਕਾਂ ਦੇ, ਪਰ ਤੁਸੀਂ ਪੜੋਗੇ ਨਾ ਤੁਹਾਨੂੰ ਲੱਗੇਗਾ ਇਹ ਤੇ ਸਾਡੇ ਮੁਲਕ ਦੀ ਕਹਾਣੀ ਹੈ, ਅਸੀਂ ਜਾਣਦੇ ਹਾਂ, ਇਦਾਂ ਦੇ ਪਾਤਰਾਂ ਨੂੰ ਮੈਂ ਜਾਣਦਾ। ਸੋ ਇਸ ਕਰਕੇ ਬਾਤਾਂ ਦੇਸ਼ ਵਿਦੇਸ਼ ਦੀਆਂ ਨੂੰ ਮੈਂ ਸਿਰਫ ਉਹਨਾਂ ਦੇ ਨਾਲ ਧਰਤੀ ਦੇ ਲੋਕਾਂ ਨਾਲ ਰਲ ਕੇ ਸਾਂਝਾ ਸਫ਼ਰ ਕੀਤਾ ਜਾਵੇ, ਜਾਂ ਉਹਨਾਂ ਨੂੰ ਅਸੀਂ ਇੱਕ ਦੂਜੇ ਦੇ ਮਨ ਬਾਰੇ ਇੱਕ ਦੂਜੇ ਨੂੰ ਜਾਣ ਸਕੀਏ, ਤੇ ਕਿਉਂਕਿ ਧਰਤੀ ਜਿਹੜੀ ਉਹ ਇੱਕ ਹੈ, ਗਲੋਬਲ ਹੈ, ਇਹ ਹੁਣ ਇੱਕ ਪਿੰਡ ਬਣ ਗਿਆ ਹੈ ਨਾ। ਸੋ ਇਹਦੇ ਵਿੱਚ ਜਿਹੜੀਆਂ ਬਾਤਾਂ ਅਸੀਂ ਪਾਉਣੇ ਆ, ਹੁਣ ਮਤਲਬ ਮੀਲਾਂ ਦੀ ਦੂਰੀ ਤੇ ਰਹਿ ਨਹੀਂ ਗਈ। ਇਹ ਬਾਤਾਂ ਜਿਹੜੀਆਂ ਨੇ ਇਹ ਸਾਡੇ ਅੱਜ ਦੇ ਸਮੇਂ ਦੇ ਨਾਲ, ਅਜੋਕੇ ਸਮੇਂ ਦੇ ਨਾਲ ਇਹ ਕਿੰਨਾ ਕੁ ਮੇਲ ਖਾਂਦੀਆਂ ਨੇ, ਸਾਡੇ ਲਈ ਜ਼ਰੂਰੀ ਕਿਉਂ ਨੇ, ਤੇ ਨਾਲ ਦੀ ਨਾਲ ਇੱਕ ਸੇਧ ਜ਼ਰੂਰ ਦਿੰਦੀਆਂ ਨੇ। ਹਾਂ, ਬਿਲਕੁਲ ਸੇਧ ਦਿੰਦੀਆਂ ਨੇ ਵੀ ਅਸੀਂ ਕਿੱਦਾਂ ਦੇ ਬਣਨਾ, ਕੀ ਕਰਨਾ ਚਾਹੀਦਾ ਸਾਨੂੰ, ਕਿਉਂਕਿ ਜਿੰਨੀਆਂ ਵੀ ਨਵੀਆਂ ਕਾਢਾਂ ਨੇ ਅੱਜ ਕੱਲ੍ਹ, ਜਿੱਥੇ ਸਾਡੀ ਜਿੰਨੀ ਮੁਲਕ ਤਰੱਕੀ ਕਰ ਰਿਹਾ, ਅਸੀਂ ਕਹਿੰਦੇ ਆ, ਮੈਂ ਸਮਝਦੀ ਹਾਂ ਵੀ ਇਹ ਪਹਿਲੀ ਕਲਪਨਾ ਹੀ ਹੈ। ਕਿਸੇ ਨੇ ਤੇ ਇਹਦੀ ਬਾਤ ਪਾਈ ਹੋਈ ਕਾਰਡ ਕੱਢਣ ਲਈ ਉਹ ਕਲਪਨਾ ਹੀ ਕੀਤੀ ਜਾਂਦੀ ਹੈ। ਔਰ ਮੇਰਾ ਆਪਣਾ ਇੱਕ ਖਿਆਲ ਹੈ ਕਿ ਜਿਹੜਾ ਵੀ ਸਾਨੂੰ ਖਿਆਲ ਆਉਂਦਾ, ਜਿਹੜਾ ਵੀ ਖਿਆਲ ਆਉਂਦਾ ਇੱਕ ਕਿਸਮ ਦਾ ਵੀ ਇਦਾਂ ਜਿਵੇਂ ਆਪਾਂ ਸੋਚਦੇ ਹਾਂ, ਉਹ ਹੋ ਸਕਦਾ ਹੁੰਦਾ। ਉਹ ਵੱਖਰੀ ਗੱਲ ਹੈ ਕਿ ਅਸੀਂ ਉਹ ਨਹੀਂ ਉਹਦੀ ਕਾਰਡ ਕੱਢੀ ਜਾਂ ਸਾਨੂੰ ਅਜੇ ਪਤਾ ਨਹੀਂ ਲੱਗਾ, ਹੈਨਾ। ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਮੇਰਾ ਜੀ ਕਰਦਾ ਮੈਨੂੰ ਉੱਡ ਕੇ ਮਿਲਾਂ, ਤੇ ਜਹਾਜ਼ ਬਣ ਗਏ, ਪੰਛੀਆਂ ਨੂੰ ਵੇਖ ਕੇ ਅਸੀਂ ਜਹਾਜ਼ ਬਣਾ ਲਏ, ਹੈਨਾ। ਫਿਰ ਮੇਰਾ ਜੀ ਕਰਦਾ ਤੈਨੂੰ ਮੈਂ ਸਾਹਮਣੇ ਬਿਠਾ ਕੇ ਵੇਖਾਂ। ਹੁਣ ਅੱਜ ਕੱਲ ਫੇਸਬੁੱਕ ਦੇ ਉੱਤੇ ਅਸੀਂ ਸਾਹਮਣੇ ਬਹਿ ਜਾਂਦੇ ਹਾਂ, ਕਿਤੇ ਦੀ ਕਿਤੇ ਗੱਲਾਂ ਪਹੁੰਚ ਜਾਂਦੀਆਂ। ਸੋ ਮੀਲਾਂ ਦੀਆਂ ਦੂਰੀਆਂ ਤੇ ਹੁਣ ਰਹੀਆਂ ਹੀ ਨਹੀਂ, ਵੱਖਰੀ ਗੱਲ ਹੈ ਕਿ ਨੇੜਲੇ ਜਿਹੜੇ ਉਹ ਦੂਰ ਹੋਈ ਜਾ ਰਹੇ। ਸੋ ਇਸ ਕਰਕੇ ਸਾਨੂੰ ਇਹ ਜਿਹੜੀਆਂ ਬਾਤਾਂ ਨੇ ਇਹ ਨਾਲ ਜੋੜਦੀਆਂ ਨੇ। ਦੇਖੋ ਅੱਜ ਕੱਲ ਮੈਂ ਸਮਝਦੀ, ਮੈਨੂੰ ਲੱਗਦਾ ਕਿ ਪਹਿਲਾਂ ਆਤਮ ਹੱਤਿਆਵਾਂ ਵੀ ਬਹੁਤੀਆਂ ਨਹੀਂ ਹੁੰਦੀਆਂ ਸੀ, ਹੈਨਾ, ਕਿਉਂਕਿ ਲੋਕਾਂ ਦੇ ਵਿੱਚ ਜਿਹੜੇ ਬਾਤਾਂ ਨੇ ਇਹਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ ਨੇ, ਉਹਨਾਂ ਨੂੰ ਮੁਸ਼ਕਲਾਂ ਨੂੰ ਕਿੱਦਾਂ ਪਾਰ ਕਰਨਾ, ਉਹ ਸਾਰੇ ਉਹਦੇ ਵਿੱਚ ਸੀ। ਉਹਦੇ ਨਾਲ ਸਾਨੂੰ ਲੱਗਦਾ ਸੀ ਵੀ ਕੋਈ ਵੀ ਮੁਸ਼ਕਲ ਜਿਹੜੀ ਹੈ ਉਹ ਇਦਾਂ ਦੀ ਨਹੀਂ ਹੈ ਕਿ ਜਿਹੜੀ ਹੱਲ ਨਾ ਹੋ ਸਕਦੀ ਹੋਵੇ, ਭਾਵੇਂ ਉਹਦੇ ਵਿੱਚ ਅਸੀਂ ਇਮੈਜਿਨਰੀ ਕੋਈ ਪਾਤਰ। ਔਰ ਉਹਨਾਂ ਹੀ ਬਾਤਾਂ ਨੂੰ ਅੱਜ ਕੱਲ੍ਹ ਡਿਜੀਟਲ ਜਿਹੜੇ ਜਿਵੇਂ ਬੈਟਮੈਨ, ਉਹ ਸਾਰੇ ਜਿਹੜੇ ਆ ਉਹ ਇਸ ਤਰੀਕੇ ਨਾਲ ਅਸੀਂ ਮਤਲਬ ਕਰ ਰਹੇ ਹਾਂ। ਸੋ ਇਸ ਕਰਕੇ ਉਦੋਂ ਲੱਗਦਾ ਹੁੰਦਾ ਸੀਗਾ ਉਹ ਬਾਤਾਂ ਦਾ ਹੀ ਅਸਰ ਹੁੰਦਾ ਹੋਏਗਾ ਜ਼ਰੂਰ, ਵੀ ਜਿਵੇਂ ਕੋਈ ਵੀ ਮੁਸੀਬਤ ਜਿਹੜੀ ਆ ਉਹਨੂੰ ਅਸੀਂ ਸਰ ਕਰ ਸਕਦੇ ਹਾਂ, ਕੁਛ ਵੀ ਇੱਦਾਂ ਨਹੀਂ ਹੈ। ਸੋ ਅੱਜ ਕੱਲ੍ਹ ਦਾ ਲੋਕ ਜਿਹੜੇ ਉਹ ਬਾਤਾਂ ਮਤਲਬ ਸੁਣਦੇ ਨਹੀਂ ਆ, ਉਹਨਾਂ ਕੋਲ ਨਾ ਵਕਤ ਹੈ ਤੇ ਨਾ ਉਹਨਾਂ ਦੇ ਕੋਲ ਸਾਂਝੇ ਬਹਿਣ ਦਾ। ਦਾਦੀਆਂ ਨਾਨੀਆਂ ਨਾਲ ਬੱਚਿਆਂ ਨੂੰ ਬਹੁਤ ਪਿਆਰ ਹੁੰਦਾ ਸੀ, ਅੱਜ ਕੱਲ੍ਹ ਉਹ ਅਸੀਂ ਬਿਰਧ ਆਸ਼ਰਮ ਭੇਜ ਦਿੰਦੇ ਆ, ਉੱਥੇ ਸਾਰਾ ਸਾਡੇ ਕੋਲ ਟਾਈਮ ਹੀ ਨਹੀਂ ਹੈ। ਪਰ ਕਿਉਂਕਿ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ, ਰਿਸ਼ਤਿਆਂ ਨਾਲ ਜੁੜਨਾ, ਜਿਹੜਾ ਆਪਸ ਚ ਪਿਆਰ ਹੈ, ਇਹ ਸਾਰੀਆਂ ਬਾਤਾਂ ਵਧਾਉਂਦੀਆਂ ਸੀ। ਇਕੱਠੇ ਬਹਿੰਦੇ ਸੀ, ਬੱਚਿਆਂ ਨੂੰ ਖਿੱਚ ਹੁੰਦੀ ਸੀ, ਮਾਵਾਂ ਨੂੰ ਉਡੀਕ ਹੁੰਦੀ ਸੀ, ਸ਼ਾਮ ਦੇ ਸਮੇਂ ਦੀ ਉਡੀਕ ਹੁੰਦੀ ਸੀ ਬੱਚਿਆਂ ਨੂੰ ਵੀ, ਔਰ ਕੋਲ ਬਹਿੰਦੇ ਸੀ ਆ ਕੇ ਬਾਤਾਂ ਸੁਣਦੇ ਸੀ। ਬਦੋ-ਬਦੀ ਤੋਂ ਉਹਨਾਂ ਲੰਮੀਆਂ ਬਾਤਾਂ ਸੁਣਾਉਣੀਆਂ, ਉਹ ਸਾਂਝ ਵਧਾਉਂਦੀਆਂ, ਨੇੜਤਾ ਵਧਾਉਂਦੀਆਂ, ਪਿਆਰ ਵਧਾਉਂਦੀਆਂ, ਔਰ ਸਾਨੂੰ ਤਕੜਿਆਂ ਕਰਦੇ ਆ। ਬਿਲਕੁਲ ਜੀ, ਕਹਿੰਦੇ ਨੇ ਕਿ ਝੀਲੋਂ ਡੂੰਗੀ ਅੱਖ ਦੇ ਇਸ਼ਾਰੇ ਮੈਨੂੰ ਯਾਦ ਨੇ, ਮੇਰੀਆਂ ਬਾਤਾਂ ਵਿੱਚ ਭਰੇ ਹੋਏ ਹੁੰਗਾਰੇ ਮੈਨੂੰ ਯਾਦ ਨੇ। ਇਹ ਜਿਹੜੀਆਂ ਕਿਉਂਕਿ ਹੁਣ ਬਾਤਾਂ ਦੇ ਵਿੱਚ ਹੁੰਗਾਰੇ ਨਾ ਹੋਣ ਤਾਂ ਫਿਰ ਉਹ ਵੀ ਸਖਣੀ ਹੁੰਦੀ ਹੈ। ਹੁੰਗਾਰਾ ਕਿੰਨਾ ਕੁ ਜ਼ਰੂਰੀ ਆ? ਹੁੰਗਾਰਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖੋ, ਤੁਸੀਂ ਵੀ, ਮੈਂ ਹੁਣ ਤੁਹਾਨੂੰ ਗੱਲ ਸੁਣਾਵਾਂ, ਤੁਸੀਂ ਹੁੰਗਾਰਾ ਹੀ ਨਾ ਕਰੋ, ਮੈਂ ਕਿੰਨੀ ਕੁ ਦੇਰ ਬੋਲੀ ਜਾਊਂਗੀ, ਫਿਰ ਮੈਂ ਬਿਲਕੁਲ ਵੀ ਉਹ ਮੇਰੀ ਗੱਲ ਹੀ ਖਤਮ ਹੋ ਜਾਏਗੀ। ਸੋ ਇਸ ਕਰਕੇ ਹੁਣ ਜਿਵੇਂ ਇਹਨਾਂ ਦੇ ਵਿੱਚ ਹੁੰਗਾਰਾ ਭਰਨਾ ਜਿਹੜਾ ਤੇ ਮੈਨੂੰ ਯਾਦ ਆ, ਸਾਡੇ ਇੱਕ ਸਾਡੇ ਮਾਮਾ ਜੀ ਸੀ, ਸਾਡਾ ਇੱਕ ਬਹੁਤ
ਤੇਜੂ ਮਾਮਾ ਕਹਿੰਦੇ ਹੁੰਦੇ ਸੀ, ਮੇਰੇ ਤਾਈ ਜੀ ਦਾ ਭਰਾ ਸੀਗਾ। ਉਹਨਾਂ ਨੇ ਰਾਤ ਮਤਲਬ ਖਰਬੂਜੇ ਮਤਲਬ ਤੋੜਨੇ ਜਾਂ ਦਵਾਣੇ ਤੇ ਪਿੰਡ ਸਿਰ ਤੇ ਪੰਡ ਬਣ ਕੇ ਤੇ ਪਿੰਡ ਆ ਜਾਂਦਾ ਹੁੰਦਾ ਸੀ ਵੀ ਮੈਂ ਆਪਣੀ ਭੈਣ ਨੂੰ ਦੇ ਆਵਾਂ। ਔਰ ਘਰਦਿਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਉਹ ਚਲਾ ਗਿਆ, ਕਿਉਂਕਿ ਮੋਬਾਈਲ ਕੁਛ ਨਹੀਂ ਸੀ ਹੁੰਦਾ ਤਾਂ ਉਹ ਪਰ ਸਮਝ ਆਉਂਦੇ ਸੀ ਵੀ ਉੱਥੇ ਗਿਆ ਹੈਨਾ। ਉਹਨਾਂ ਨੇ ਸਾਨੂੰ ਰਾਤ ਨੂੰ ਬਾਤ ਸੁਣਾਉਣੀ, ਇੱਕ ਸੀ ਏਦਾਂ, ਇੱਕ ਸੀ ਬਾਦਸ਼ਾਹ ਤੇ ਉਹਨੇ ਕਹਿਣਾ ਇੱਕ ਸੀ ਬਾਸ਼ਣੀ ਆਪਣੇ ਹਿਸਾਬ ਨਾਲ ਪਿੰਡ ਜਦੋਂ ਉਹਨਾਂ ਨੇ ਲੰਮੀ ਬਾਤ ਸੁਣਾਉਣੀ। ਔਰ ਅਸੀਂ ਨਿਆਣੇ ਜਿਹੜੇ ਸਾਰੇ ਇਕੱਠੇ ਹੁੰਦੇ ਸੀ ਨਾ ਤੇ ਸੁਣਦੇ ਸੌ ਜਾਣਾ ਮਾਮਾ ਤੇਜੂ ਨੇ ਨਾ, ਤੇ ਉਹ ਵਿੱਚੋਂ ਨਾ ਹੁੰਗਾਰਾ ਭਰਨਾ, ਉਹਨੂੰ ਲੱਗਣਾ ਵੀ ਹੁੰਗਾਰਾ ਦਿਓ, ਫਿਰ ਵਿੱਚੋਂ ਨਾ ਜਿਹਨੂੰ ਵਿੱਚ ਬੱਚੇ ਸੌ ਜਾਣੇ, ਜਿਹਨੂੰ ਜਾਗਣੀ ਉਹਨੇ ਕਿਹਾ ਮਾਮਾ ਹੂੰ ਸੁੱਤੇ ਨੂੰ ਹੂੰ ਕਹਿ ਕੇ ਨਾ ਉਹਨੇ ਫਿਰ ਸੌ ਜਾਣਾ। ਸੋ ਇਸ ਕਰਕੇ ਉਹ ਜਿਹੜਾ ਹੁੰਗਾਰਾ ਉਹਨੂੰ ਲੱਗਣਾ ਵੀ ਸੁਣ ਰਹੇ ਬੜੇ ਧਿਆਨ ਨਾਲ। ਸੋ ਉਹਦੇ ਨਾਲ ਬਾਤ ਤਾਂ ਹੀ ਤੁਰਦੀ ਆ ਜੇ ਅਸੀਂ ਅੱਗੋਂ ਰਿਸਪੌਂਸ ਸਾਨੂੰ ਆਪਾਂ ਵੀ ਕਿਸੇ ਨੇ ਤਾਂ ਰਿਸਪੌਂਸ ਹੀ ਨਹੀਂ ਦਿੰਦਾ ਕੋਈ। ਬਿਲਕੁਲ ਹਾਂਜੀ। ਸੋ ਬਾਤ ਹੁੰਗਾਰਾ ਜਿਹੜਾ ਭਰਨਾ ਜਾਂ ਹੁੰਗਾਰਾ ਦੇਣਾ ਉਹ ਤਾਂ ਹੀ ਅੱਗੇ ਤੁਰਦੇ ਆ ਵੀ ਜੇ ਹੁੰਗਾਰਾ ਮਿਲਦਾ ਰਹੇ। ਮੈਨੂੰ ਇੱਕ ਗੱਲ ਯਾਦ ਆਈ ਕਿ ਮੈਂ ਜਦੋਂ ਛੋਟੀ ਸੀ ਨਾ ਤੇ ਮੇਰੇ ਪਿੰਡ ਜਦੋਂ ਬਾਤਾਂ ਸੁਣਦੇ ਸੀ ਨਾ, ਹੁਣ ਜਦੋਂ ਫਿਰ ਬਾਹਰ ਜਾਣ ਦਾ ਵਿੱਚ ਜੇ ਆਇਆ ਨਾ, ਜਿਉਂ ਜਿਉਂ ਸੱਭਿਆਚਾਰ ਬਦਲਦਾ, ਲੋੜਾਂ ਬਦਲਦੀਆਂ ਨੇ, ਸਾਡੇ ਸ਼ੌਕ ਬਦਲਦੇ ਆ, ਉਦੋਂ ਅਸੀਂ ਉਹ ਬਾਤਾਂ ਜਿਹੜੀਆਂ ਨੇ ਸਾਡੀਆਂ ਰੂਪ ਨਵਾਂ ਨਵਾਂ ਨਾਲ ਲੈਂਦੀਆਂ ਰਹਿੰਦੀਆਂ। ਤਾਂ ਮੇਰੇ ਤਾਏ ਦਾ ਬੇਟਾ ਸ਼ੱਬਾ ਵੀਰ ਕਹਿੰਦੇ ਸੀ ਅਸੀਂ, ਭਾਜੀ ਸਰਬਜੀਤ ਸਿੰਘ ਉਹਨਾਂ ਦਾ ਨਾਂ ਸੀ, ਸ਼ੱਬਾ ਵੀਰ ਕਹਿੰਦੇ ਹੁੰਦੇ ਸੀ। ਉਹ ਜਦੋਂ ਬਾਹਰ ਜਾਣ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਨੇ ਸਾਨੂੰ ਨਾ ਇੱਕ ਉਸੇ ਤਰ੍ਹਾਂ ਦੀ ਬਾਤ ਸੁਣੀ ਵੀ ਲੋਕੀ ਬਾਹਰ ਜਾਣ ਲੱਗੇ। ਉਹਨਾਂ ਸਾਨੂੰ ਕਹਿਣਾ ਵੀ ਇੱਕ ਨਾ ਬਹੁਤ ਵੱਡਾ ਮਤਲਬ ਲੈ ਜਾਣਾ ਦੂਰ ਤੱਕ ਰੁੱਖ ਸੀਗਾ ਇੱਕ, ਉਹਦੀਆਂ ਬਹੁਤ ਵੱਡੀਆਂ ਵੱਡੀਆਂ ਟਾਹਣੀਆਂ, ਬਹੁਤ ਸਾਰੇ ਪੱਤੇ, ਪਰ ਉਹਦੀਆਂ ਜਿਹੜੀਆਂ ਜੜ੍ਹਾਂ ਸੀ ਨਾ ਉਹ ਬਹੁਤ ਲੰਮੀਆਂ ਲੰਮੀਆਂ, ਮਤਲਬ ਦੇਸ਼ ਜਿਵੇਂ ਵੱਖਰੇ ਵੱਖਰੇ, ਉਹ ਰੋਜ਼ ਲੰਮੀਆਂ ਜੜ੍ਹਾਂ ਸੀ ਜਿਹੜੀਆਂ ਨਾ ਉਹ ਕਿਤੇ ਕਿਤੇ ਹਰ ਵੱਖਰੇ ਵੱਖਰੇ ਮੁਲਕਾਂ ਜਾਂਦੀਆਂ ਸੀ। ਉਹਨਾਂ ਨੇ ਰੋਜ਼ ਸਾਨੂੰ ਨਾ ਇੱਕ ਜੜ ਦੀ ਸੈਰ ਕਰਾਉਣ ਲੈ ਤੁਰਨਾ। ਤੇ ਉਹ ਫਿਰ ਨਾ ਉੱਥੇ ਗਿਆ ਤੇ ਉਹ ਜੜ ਦੇ ਵਿੱਚ ਤੁਰਿਆ ਗਿਆ, ਰਸਤੇ ਵਿੱਚ ਹਾਥੀ ਮਤਲਬ ਕੋਈ ਵੀ ਮਤਲਬ ਮੁਸੀਬਤਾਂ, ਪਹਾੜ ਆਏ, ਜੰਗਲ ਆਏ, ਉਹ ਜੋ ਮੁਸੀਬਤਾਂ ਰਸਤੇ 'ਚ ਆਉਂਦੀਆਂ ਨਾ ਉਹ ਤੁਰਦੇ 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 ਇੱਦਾਂ ਕਰਦੇ ਗਏ। ਤਾਂ ਮੈਂ ਪਿੱਛੇ ਜਦੋਂ ਮੈਂ ਆਪਣੀ ਬੇਟੀ ਕੋਲ ਅਮਰੀਕਾ ਗਈ ਤੇ ਉੱਥੇ ਅਸੀਂ ਕੈਲੀਫੋਰਨੀਆ 'ਚ ਸਿਕੋਇਆ ਨੈਸ਼ਨਲ ਪਾਰਕ ਹੈ ਤੇ ਉਹਦੇ ਵਿੱਚ ਜਦੋਂ ਮੈਂ ਜਾ ਕੇ ਵੇਖਿਆ ਨਾ ਬਹੁਤ ਵੱਡੇ ਰੁੱਖ ਨੇ ਉਹਦੇ ਵਿੱਚ, ਵੀ ਤੁਸੀਂ ਹੈਰਾਨ ਰਹਿ ਜਾਓਗੇ ਇੰਨੇ ਵੱਡੇ ਵੱਡੇ ਰੁੱਖ ਨੇ। ਤੇ ਉੱਥੇ ਮੈਨੂੰ ਲੱਗਾ ਵੀ ਵਾਕਈ ਇਹ ਰੁੱਖ ਹੀ ਹੈ ਜਿਹੜਾ ਕਿ ਉਹਨਾਂ ਬਾਤਾਂ 'ਚ ਸੀਗਾ। ਹੁਣ ਉਹੀ ਰੁੱਖ ਹੈ ਕਿ ਹੁਣ ਤਕਰੀਬਨ ਸਾਡੇ ਮਤਲਬ ਘਰਾਂ ਦੇ ਵਿੱਚ ਆਪਣੇ ਪੰਜਾਬ ਦੇ ਲੋਕ ਮਤਲਬ ਕਿਹੜਾ ਮੁਲਕ ਆ ਜਿੱਥੇ ਨਹੀਂ ਪਹੁੰਚੇ। ਸੋ ਮੈਨੂੰ ਲੱਗਦਾ ਇਹ ਰੁੱਖ ਜਿਹੜਾ ਹੈ, ਜੜ੍ਹਾਂ ਜਿਹੜੀਆਂ ਨੇ ਉਹ ਪਹੁੰਚ ਗਈਆਂ ਕੋਈ ਕਿਤੇ। ਤੇ ਇਸ ਕਰਕੇ ਉਹ ਸ਼ੱਬੇ ਵੀਰ ਵਾਲੀ ਕਹਾਣੀ ਜਿਹੜੀ ਹੈ ਉਹ ਬਾਤ ਹੈ, ਉਹ ਦਰੁਸਤ ਹੈ। ਇਸ ਕਰਕੇ ਜੋ ਨਵੀਂ ਜਿਵੇਂ ਬਾਹਰ ਜਾਣ ਦਾ ਸ਼ੌਕ ਆਇਆ ਜਾਂ ਹੋਰ ਨਵੇਂ ਸ਼ੌਕ ਆਏ ਤੇ ਉਹਦੇ ਨਾਲ ਸਾਡੇ ਸ਼ੌਕ ਜਿਹੜੇ ਉਹਦੇ ਵਿੱਚ ਬਦਲਦੇ ਰਹਿੰਦੇ, ਔਰ ਸੁੱਤੇ ਸਿੱਧ ਉਹ ਸਾਡੀਆਂ ਬਾਤਾਂ ਦੇ ਵਿੱਚ ਐਂਟਰ ਕਰਦੇ ਰਹਿੰਦੇ। ਬਾਤਾਂ ਨਾ ਕਦੇ ਕਹਿੰਦੇ ਨਾ ਇੰਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ, ਹੈਨਾ, ਨਾ ਤਾਂ ਬਾਤ ਮੁੱਕਣੀ ਕਦੇ ਨਾ ਰਾਤ ਮੁੱਕਣੀ ਹੈ। ਜੇ ਇੱਥੇ ਰਾਤ ਪੈ ਗਈ ਹੈ ਤੇ ਸੂਰਜ ਦਾ ਮਗਦਾ ਜਿਹੜਾ ਸੂਰਜ ਹੈ, ਸੂਰਜ ਦਾ ਚੁੱਲ੍ਹਾ ਜਿਹੜਾ ਉਹ ਧਰਤੀ ਘੁੰਮਦੀ ਹੈ, ਇੱਥੇ ਰਾਤ ਪਾ ਦਿੰਦੀ ਹੈ, ਉੱਥੇ ਦਿਨ ਚੜਾ ਦਿੰਦੀ ਹੈ। ਸੋ ਰਾਤ ਵੀ ਨਹੀਂ ਮੁੱਕਣੀ ਕਦੇ ਤੇ ਬਾਤ ਵੀ ਨਹੀਂ ਮੁੱਕਣੀ ਕਦੇ। ਇਹ ਬਾਤਾਂ ਜਿਹੜੀਆਂ ਨਾ ਸਾਡੇ ਸੱਭਿਆਚਾਰ ਦਾ ਅਕਸ ਵੀ ਹੁੰਦੀਆਂ, ਝਲਕਾਰਾ ਵੀ ਹੁੰਦੀਆਂ। ਸਾਨੂੰ ਬੜਾ ਕੁਝ ਇਹਨਾਂ ਨੇ ਦਿੱਤਾ। ਬਿਲਕੁਲ ਇਹਨਾਂ ਦੇ ਵਿੱਚੋਂ ਅਸੀਂ ਸੇਧ ਵੀ ਲਈ, ਇਹਨਾਂ ਦੇ ਵਿੱਚੋਂ ਸਾਡੇ ਜੀਣ ਦੇ, ਥੀਣ ਦੇ, ਪਲਰਣ ਦੇ, ਵਿਗਸਣ ਦੇ ਕਈ ਉਦੇਸ਼ ਵੀ ਸਾਹਮਣੇ ਆਏ। ਬਿਲਕੁਲ। ਸੋ ਉਹ ਉਦੇਸ਼ ਤੇ ਹੁਣ ਅੱਜ ਦਾ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ, ਇਹ ਆਪਸ ਵਿੱਚ ਇੱਕਮਿਕ ਹੋ ਕੇ ਕਿਵੇਂ ਚੱਲਦੇ ਨੇ? ਤੁਸੀਂ ਕਿਵੇਂ ਸਮਰਥਨ ਕਰਦੇ ਹੋ ਇਹਨਾਂ ਦਾ? ਇਹ ਜਿਹੜੀਆਂ ਬਾਤਾਂ ਨੇ ਇਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਅਸੀਂ ਪੇਸ਼ ਕਰ ਸਕਦੇ ਹਾਂ। ਡਿਜੀਟਲ ਬਾਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਅੱਗੇ ਜਿਹੜੇ ਬੈਟਮੈਨ ਤੇ ਇਦਾਂ ਦੀਆਂ ਜਿਹੜੀਆਂ ਉਹਨਾਂ ਨੂੰ ਇਸ ਤਰੀਕੇ ਨਾਲ ਅਸੀਂ ਲਿਆ ਰਹੇ ਹਾਂ। ਸੋ ਇਹ ਬਹੁਤ ਜ਼ਰੂਰੀ ਵੀ ਨੇ, ਹੈਨਾ। ਤੇ ਉਹਨਾਂ ਗੱਲਾਂ ਨੂੰ ਨਵੇਂ ਮਤਲਬ ਜਿਹੜਾ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਅੱਜ ਦਾ ਜਿਵੇਂ ਬੱਚੇ ਅੱਜ ਸੁਣਦੇ ਆ ਉਹਨਾਂ ਤਰੀਕਿਆਂ ਨਾਲ ਅਸੀਂ ਬੱਚਿਆਂ ਨੂੰ ਮਤਲਬ ਬਾਤਾਂ ਮੀਡੀਆ ਦੇ ਥਰੂ ਜਾਂ ਕਹਾਣੀਆਂ, ਹੁਣ ਕਿਉਂਕਿ ਇਹਨਾਂ ਦਾ ਸਾਹਿਤਕ ਰੂਪ ਵੀ ਆ ਗਿਆ, ਅਸੀਂ ਲਿਖਣ ਕੇ ਜਿਵੇਂ ਹੁਣ ਮੈਂ ਹੀ ਬਾਤਾਂ ਇੱਦਾਂ ਬਹੁਤ ਸਾਰੇ ਜਿਹੜੇ ਆ ਕਿ ਸਾਰਾ ਅਸੀਂ, ਔਰ ਇਹਨਾਂ ਨੂੰ ਇਕੱਠੇ ਕਰਨਾ, ਇਹਨਾਂ ਨੂੰ ਸਾਂਭਣਾ ਵੀ ਬਹੁਤ ਜ਼ਰੂਰੀ ਹੈ, ਹੈਨਾ। ਸੋ ਇਹਨਾਂ ਦੇ ਨਵੇਂ ਤਰੀਕਿਆਂ ਦੇ ਨਾਲ ਅਸੀਂ ਬੱਚਿਆਂ ਨੂੰ ਪੁਰਾਣੀਆਂ ਬਾਤਾਂ ਨੂੰ ਨਵੀਆਂ ਗੱਲਾਂ ਦੇ ਨਾਲ ਮਤਲਬ ਉਹਨਾਂ ਨੂੰ ਦਿਲਚਸਪ ਬਣਾ ਕੇ, ਅੱਜ ਕੱਲ੍ਹ ਵੇਖਣਾ ਬੱਚਿਆਂ ਦਾ ਇੰਟਰਸਟ ਕੀ ਹੈ। ਕਿਉਂਕਿ ਦੇਖੋ ਇਹਦੇ ਨਾਲ ਇਹ ਆ ਵੀ ਜਿਵੇਂ ਪਹਿਲਾਂ ਹੁੰਦਾ ਸੀ ਨਾ ਵੀ ਆਹ ਬੱਚੇ ਨੂੰ ਅਸੀਂ ਕੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਣੀਆਂ ਕਿੱਦਾਂ। ਸੋ ਆਪਾਂ ਜਿਵੇਂ ਅੱਜ ਕੱਲ੍ਹ ਕਹਾਣੀਆਂ ਸੁਣਾਉਂਦੇ ਆ,
ਬੱਚਿਆਂ ਨੂੰ ਤੇ ਉਹਨਾਂ ਦੇ ਉੱਤੇ ਥੋਪਦੇ ਆ ਕਈ ਗੱਲਾਂ, ਉਹ ਨਹੀਂ ਠੀਕ। ਬੱਚਿਆਂ ਦੀ ਸ਼ਖਸੀਅਤ ਘਟਦੀਆਂ ਨੇ, ਉਹ ਵੇਖਣਾ ਸਾਨੂੰ ਪਏਗਾ ਕਿ ਬੱਚੇ ਦੇ ਮਨ ਵਿੱਚ ਕੀ ਹੈ, ਉਹ ਕੀ ਬਣਨਾ ਚਾਹੁੰਦਾ ਉਧਰ ਵੀ, ਕਿਉਂਕਿ ਅੱਜ ਕੱਲ ਹਰ ਪਾਸੇ ਫੀਲਡ ਸਭ ਫੀਲਡ ਵਧੀਆ ਨੇ ਤੇ ਇਹ ਇੰਟਰਸਟ ਦੇ ਨਾਲ ਬੱਚੇ ਨੂੰ ਜਿੱਦਾਂ ਦੀਆਂ ਕਹਾਣੀਆਂ ਸੁਣ ਕੇ ਜਦੋਂ ਇੰਟਰਸਟ ਪੈਦਾ ਹੁੰਦਾ, ਸਾਨੂੰ ਉਸ ਤਰੀਕੇ ਦੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਉਹਨਾਂ ਨੂੰ ਉਸ ਤਰੀਕੇ ਦੀਆਂ ਬਾਤਾਂ ਜਿਹੜੀਆਂ ਨੇ, ਬਾਤਾਂ ਤੇ ਖੈਰ ਚਲੋ ਨਵੇਂ ਤਰੀਕਿਆਂ ਨਾਲ ਸਾਰੇ ਤਰੀਕਿਆਂ ਨਾਲ ਆ ਹੀ ਰਹੀਆਂ ਨੇ ਜੀ। ਨਵੀਆਂ ਬਾਤਾਂ ਦੀ ਜੇਕਰ ਤੁਸੀਂ ਗੱਲ ਕਰਦੇ ਹੋ ਤੇ ਨਵੀਆਂ ਗੱਲਾਂ ਬਾਤਾਂ ਘਰਾਂ ਦੇ ਵਿੱਚ ਆਮ ਦੇਖਦੇ ਆ ਕਿ ਬੀਬੀਆਂ ਜਿਹੜੀਆਂ ਉਹ ਪਹਿਲਾਂ ਜਿਹੜੀਆਂ ਕਿ ਬਿਨਾਂ ਕਿਸੇ ਤੋਂ ਸਿੱਖੇ ਸਿਖਾਏ ਸਾਰੀਆਂ ਦਾਲਾਂ ਸਬਜ਼ੀਆਂ ਵੀ ਬਣਾ ਲੈਂਦੀਆਂ ਸੀ, ਅੱਜ YouTube ਤੋਂ ਦੇਖਦੀਆਂ ਆ ਸਾਰੀ ਦਿਹਾੜੀ ਸ਼ਾਹੀ ਪਨੀਰ, ਮਲਾਈ ਕੋਫਤਾ ਤੇ ਸ਼ਾਮ ਨੂੰ ਭਾਵੇਂ ਮਸਰਾਂ ਦੀ ਦਾਲ ਹੀ ਧਰੀ ਹੋਵੇ। ਇਹ ਜਾਂ ਤਾਂ ਜੱਗ ਬੀਤੀ ਦੀ ਗੱਲ ਕਰਦੀ ਹੈ ਤੇ ਜਾਂ ਫਿਰ ਹੱਡ ਬੀਤੀ ਦੀ ਗੱਲ ਕਰ ਦਿੰਦੀ ਹੈ। ਇਹ ਘਰ ਦੀ ਕਹਾਣੀਆਂ ਮੋਬਾਈਲਾਂ ਨੇ ਜਿੱਥੇ ਬੀਬੀਆਂ ਨੂੰ ਇੰਨਾ ਬਿਜ਼ੀ ਕਰ ਦਿੱਤਾ, ਉੱਥੇ ਬੱਚੇ ਵੀ ਤਾਂ ਮੋਬਾਈਲਾਂ ਤੋਂ ਬਿਨਾਂ ਤਾਂ ਉਹਦਾ ਬੱਚੇ ਨੂੰ ਬਣਾਉਣ ਦੇ ਵਾਸਤੇ ਕਦੇ ਕੋਈ ਟੌਫੀ ਦੇ ਦੇਣੀ ਜਾਂ ਕੋਈ ਖਿਡੌਣਾ ਦੇ ਦੇਣਾ। ਅੱਜ ਕੱਲ ਬੱਚੇ ਵਰਦੇ ਹੀ ਮੋਬਾਈਲਾਂ ਦੇ ਨਾਲ, ਮੋਬਾਈਲਾਂ ਦੇ ਉੱਪਰ ਹੀ ਰੁੱਝ ਗਏ ਨੇ, ਤਾਂ ਫਿਰ ਉਹ ਕਦ ਕਹਾਣੀਆਂ ਸੁਣਨਗੇ ਤੇ ਕੌਣ ਕਹਾਣੀਆਂ ਸੁਣਾਊਗਾ? ਇਹ ਖੜੋਤ ਤੁਹਾਨੂੰ ਆਈ ਲੱਗਦੀ, ਮਹਿਸੂਸ ਕਰਦੇ ਹੋ? ਇਹ ਬਹੁਤ ਮਹਿਸੂਸ ਕਰਦੇ ਹਾਂ ਮੈਂ, ਕਿਉਂਕਿ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਿ ਆਤਮ ਹੱਤਿਆਵਾਂ ਵੱਧ ਗਈਆਂ ਨੇ, ਸਾਰਾ ਕੁਛ ਹੈ ਕਿਉਂਕਿ ਉਹ ਬੱਚਿਆਂ ਜੋ ਬਾਤਾਂ ਦੇ ਸੁਣ ਕੇ ਉਹਨਾਂ ਦੇ ਵਿੱਚ ਇੱਕ ਤਾਕਤ ਆਉਂਦੀ ਸੀ, ਜਾਂ ਮਤਲਬ ਉਹਨੂੰ ਲੱਗਦਾ ਸੀ ਮੈਂ ਆਹ ਬਣਨਾ, ਮੈਂ ਉਹ ਬਣਨਾ, ਮੈਂ ਇੰਨਾ ਬਹਾਦਰ ਬਣਨਾ, ਸਾਰਾ ਕੁਛ ਹੈ। ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਜਾਂਦਾ ਸੀ, ਹੁਣ ਅਸੀਂ ਘਬਰਾ ਜਾਂਦੇ ਹਾਂ, ਹੈ ਨਾ। ਸੋ ਇਸ ਕਰਕੇ ਬਾਤਾਂ ਜਿਹੜੀਆਂ ਨੇ ਇਹ ਬਹੁਤ ਜੋੜਦੀਆਂ, ਸਾਂਝਾਂ ਵਧਾਉਂਦੀਆਂ ਨੇ ਜਦੋਂ ਇਕੱਠੇ ਹੈ। ਹੁਣ ਕਿੱਥੇ ਇਕੱਠੇ ਬੈਠਦੇ ਅਸੀਂ, ਬਹੁਤ ਘੱਟ ਲੋਕਾਂ ਕੋਲ, ਨਾ ਮਾਵਾਂ ਕੋਲ ਟਾਈਮ ਨਾ ਬੱਚਿਆਂ ਕੋਲ ਟਾਈਮ ਹੈ, ਜੇ ਦੂਸਰੇ ਪਾਸੇ ਧਿਆਨ ਜਿਹੜਾ ਬੱਚਿਆਂ ਦਾ ਹੋ ਗਿਆ। ਸੋ ਇਸ ਕਰਕੇ ਸਾਨੂੰ ਆਪਸ ਸਭ ਤੋਂ ਜ਼ਿਆਦਾ, ਕਿਉਂਕਿ ਅੱਜ ਰਿਸ਼ਤਿਆਂ ਦੀ ਜਿਹੜੀ ਕਦਰ ਘਟ ਗਈ ਹੈ ਨਾ, ਉਹ ਬਹੁਤ ਮਤਲਬ ਫਿਕਰ ਵਾਲੀ ਗੱਲ ਹੈ ਕਿ ਅਸੀਂ ਆਪਸ, ਕਿਉਂਕਿ ਅਸੀਂ ਜੋ ਕੁਝ ਕਰਦੇ ਹਾਂ ਉਹ ਅਸੀਂ ਕਾਹਦੇ ਲਈ ਕਰਦੇ ਹਾਂ? ਅਸੀਂ ਆਪਣੇ ਬੱਚਿਆਂ ਲਈ ਕਰਦੇ ਹਾਂ, ਬੱਚੇ ਸਾਡੇ ਲਈ, ਸਾਂਝਾਂ ਲਈ, ਪਿਆਰ ਲਈ। ਅਸੀਂ ਹੁਣ ਬਾਹਰ ਬੱਚੇ ਜਾਈ ਜਾਂਦੇ ਆ, ਚਲੇ ਜਾਂਦੇ ਆ, ਸਾਡੀ ਸਾਰੀ ਕਰੀਮ ਬਾਹਰ ਚਲੀ ਗਈ ਆ। ਉਦੋਂ ਅਸੀਂ ਕਹਿੰਦੇ ਸੀ ਅਸੀਂ ਨਹੀਂ ਗੁਲਾਮੀ ਕਰਨੀ, ਤੇ ਹੁਣ ਅਸੀਂ ਜਾ ਕੇ ਗੁਲਾਮੀ ਕਰਦੇ ਹਾਂ ਉੱਥੇ ਜਾ ਕੇ। ਸਾਡੇ ਬੱਚੇ ਪੜ੍ਹ ਕੇ ਉੱਥੇ ਜਾ ਕੇ ਸਿਰਫ ਪੈਸਾ ਹੀ ਜਿਹੜਾ ਪ੍ਰਦਾਨ ਹੋ ਗਿਆ, ਪਰ ਇਹਦਾ ਸਾਨੂੰ ਹੋਰ 10 ਸਾਲਾਂ ਨੂੰ ਸਾਨੂੰ ਪਤਾ ਲੱਗੂਗਾ ਕਿ ਇਹਨਾਂ ਪੌਂਡਾਂ ਤੇ ਇਹ ਪੌਂਡ ਤੇ ਡਾਲਰ ਸਾਨੂੰ ਕਿੰਨੇ ਮਹਿੰਗੇ ਪਏ ਆ, ਕਿਉਂਕਿ ਅਸੀਂ ਆਪਣੇ ਬੱਚੇ ਗਵਾਰੇ। ਹੁਣ ਅਸੀਂ ਫੋਟੋਆਂ ਵੇਖ ਕੇ ਖੁਸ਼ ਹੁੰਦੇ ਆ ਸਾਡਾ ਬੱਚਾ, ਆ ਸਾਡਾ ਦੋਤਾ, ਆ ਸਾਡਾ ਵਾ। ਹੁਣ ਇਹਨਾਂ ਜਦ ਤੱਕ ਜਿਹੜੇ ਬੱਚੇ ਸਾਡੇ ਨੇ, ਜੇ ਤੋਂ ਜੋੜੀ ਰੱਖਦੇ ਆ ਸਾਨੂੰ, ਉੱਥੋਂ ਬਹਿ ਕੇ ਵੀ ਅਸੀਂ ਜੋੜ ਸਕਦੇ ਹਾਂ। ਸੋ ਇਸ ਗੱਲ ਦਾ ਵੀ ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਵਾਪਸ ਆ ਜਾਣ ਨਾ ਜਾਣ, ਕਿਉਂਕਿ ਸਾਰੇ ਗਲੋਬਲ ਹੋ ਗਿਆ, ਇੱਕ ਪਿੰਡ ਬਣ ਗਿਆ, ਧਰਤੀ ਕੁਛ ਵੀ ਦੂਰ, ਉਹੀ ਤੁਹਾਨੂੰ ਕਿਹਾ ਵੀ ਦੂਰੀਆਂ ਜਿਹੜੀਆਂ ਮਿਲਾਂ ਦੀਆਂ ਰਹਿ ਨਹੀਂ ਗਈਆਂ। ਸੋ ਇਸ ਕਰਕੇ ਉੱਥੋਂ ਵੀ ਜਿਵੇਂ ਜੋੜਨਾ ਚਾਹੀਦਾ। ਹੁਣ ਸਾਡੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ, ਆਪਣੇ ਜਿਹੜੀ ਸੰਸਕ੍ਰਿਤੀ ਉਹਦੇ ਨਾਲ ਜਿਹੜਾ ਜੁੜ ਕੇ ਰਹਿਣਾ, ਜਿਹੜਾ ਸਾਨੂੰ ਬਹੁਤ ਜ਼ਰੂਰੀ ਹੈ। ਇਸ ਕਰਕੇ ਸਾਨੂੰ ਬੱਚਿਆਂ ਨੂੰ ਜਿਹੜੀਆਂ ਆਪਣੀਆਂ ਦੱਸਣੀਆਂ ਚਾਹੀਦੀਆਂ ਪੁਰਾਣੀਆਂ ਗੱਲਾਂ ਵੀ, ਤਾਂ ਕਿ ਜੁੜੇ ਰਹਿਣ। ਨਹੀਂ ਤਾਂ ਗਾਂ ਫਿਰ ਅਸੀਂ ਬਹੁਤ ਨੁਕਸਾਨ ਸਾਡਾ ਹੋ ਜਾਏਗਾ ਜੇ ਸਾਨੂੰ ਹੋਸ਼ ਆਏ। ਇਸ ਕਰਕੇ ਬਾਤ ਜਿਹੜੀ ਹੈ ਉਹ ਸੀ ਪੁਰਾਣੇ ਸਮੇਂ ਤੋਂ, ਆਪਣੇ ਆਲੇ ਦੁਆਲੇ ਤੋਂ, ਆਪਣੀ ਜੀਵਨ ਜਾਂਚ ਤੋਂ ਲਈ, ਉਹਦੇ ਬਾਰੇ ਤੁਸੀਂ ਬੜੀ ਤਫਸੀਲ ਦੇ ਨਾਲ ਸਾਨੂੰ ਦੱਸਿਆ, ਦਰਸ਼ਕਾਂ ਨੂੰ ਇਹ ਜਾਣਿਆ। ਉਸ ਤੋਂ ਬਾਅਦ ਇਹ ਹੈ ਕਿ ਬੱਚੇ ਅੰਦਰ ਵੀ ਇੱਕ ਅਵਚੇਤਨ ਤੇ ਚੇਤਨ ਮਨ ਦੋਵੇਂ ਬੈਠੇ ਆ। ਬਿਲਕੁਲ ਬਿਲਕੁਲ। ਉਹਨੇ ਤੁਹਾਡੀ ਬਾਤ ਸੁਣੀ, ਉਹਦੇ ਕੋਲ ਇਸ ਵੇਲੇ ਉਹ ਪੁਰਾਣਾ ਸੱਭਿਆਚਾਰ ਤੇ ਨਹੀਂ, ਉਹਨੂੰ ਨਹੀਂ ਦੀਂਦਾ ਆਲੇ ਦੁਆਲੇ, ਪਰ ਉਹਦੇ ਕੋਲ ਜਿਹੜੀਆਂ ਇਸ ਵੇਲੇ ਦੀਆਂ ਤਰੋ ਤਾਜ਼ਾ ਚੀਜ਼ਾਂ ਉਹਦੇ ਸਾਹਮਣੇ ਨੇ, ਉਹਨਾਂ ਦੇ ਨਾਲ ਉਹ ਕੋਸ਼ਿਸ਼ ਕਰਦਾ ਉਹਨੂੰ ਰਲਾਉਣ ਦੀ। ਤੇ ਉਹ ਰਲਾ ਜਿਹੜਾ ਹੈ ਉਹਨੂੰ ਤੁਸੀਂ ਹਾਂ ਪੱਖੀ ਵੇਖਦੇ ਹੋ ਕਿ ਇਦਾਂ ਹੋਣਾ ਚਾਹੀਦਾ। ਜੇ ਉਹਨੂੰ ਰਲਾ ਕੇ ਕੋਈ ਬਾਤ ਆਪਣੀ ਅੱਗੇ ਤੋਰ ਲੈਂਦਾ, ਕਿਉਂਕਿ ਕਹਾਣੀ ਤਾਂ ਤੁਰਦੀ ਪਈ ਹੈ, ਬਾਤ ਤੁਸੀਂ ਸੁਣਾਈ, ਬਾਤ ਉਹਨੇ ਸੁਣੀ, ਬਾਤ ਉਹਨੇ ਸਮਝੀ, ਬਾਤ ਨੂੰ ਆਪਣੇ ਤਾਜ਼ੇ ਤਜਰਬੇ ਦੇ ਨਾਲ ਅਗਾਂਹ ਲੈ ਗਿਆ। ਇਹ ਤਾਂ ਦੱਸਿਆ ਨਾ ਕਿ ਇਹ ਤਰੋ ਤਾਜ਼ਾ ਰਹਿੰਦਾ, ਕਦੇ ਖੜੋਤ ਨਹੀਂ ਆਉਂਦੀ, ਨਾ ਹੀ ਆਉਣੀ ਚਾਹੀਦੀ। ਸੱਭਿਆਚਾਰ ਜਿਹੜਾ ਹੈ, ਜੀਵਨ ਜਾਂਚ ਜਿਹੜੀ ਹੈ, ਸੱਭਿਆਚਾਰ ਇੱਕ ਜੀਵਨ ਜਾਂਚ ਹੈ, ਤੁਸੀਂ ਕਿੱਦਾਂ ਉਹ ਤੁਰਦੀ ਹੀ ਰਹਿਣੀ ਚਾਹੀਦੀ ਹੈ। ਪਰ ਇਹਦੇ ਵਿੱਚ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਈਏ, ਜਿਹੜੀਆਂ ਮਾੜੀਆਂ ਨੇ ਉਹਨਾਂ ਨੂੰ ਛੱਡ ਦਈਏ, ਜਾਂ ਬੱਚਿਆਂ ਨੂੰ ਕੋ ਪੇਦ ਨਾਲ। ਤਾਂ ਇਹ ਨਹੀਂ ਮੈਂ ਕਹਿੰਦੀ, ਕਿਉਂਕਿ ਸਮੇਂ ਦੇ ਨਾਲ ਹੋ ਕੇ, ਉਹਦੇ ਹਾਣੀ ਹੋ ਕੇ ਤੁਰਨਾ ਬਹੁਤ ਜ਼ਰੂਰੀ ਹੈ। ਸੋ ਉਹਦੇ ਨਾਲ ਤੁਰਦਿਆਂ ਅਸੀਂ ਆਪਣੇ ਬੱਚਿਆਂ ਨੂੰ ਪੁਰਾਣੀ ਗੱਲ ਨਾਲ ਕਿਸ ਤਰੀਕੇ ਨਾਲ ਜੋੜ ਸਕਦੇ ਹਾਂ, ਜੋ ਨਵੀਂ ਚੀਜ਼ ਕਿੱਦਾਂ ਵਿੱਚ ਪਾ ਕੇ ਤੁਰ ਸਕਦੇ ਹਾਂ, ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਪਏਗਾ, ਜਿਹਦੇ ਨਾਲ ਸਾਡੇ ਬੱਚੇ ਜਿਹੜੇ ਤਰੱਕੀ ਕਰਨ, ਅੱਗੇ ਵਧਣ। ਤੇ ਕੋਈ ਹੁਣ ਅੱਗੇ ਤੇ ਵੀ ਨਹੀਂ ਹੈ ਵੀ ਬਾਹਰ ਨਹੀਂ ਜਾਣਾ, ਬਾਹਰ ਜਾਓ, ਪੜ੍ਹਨ ਲਿਖਣ ਲਈ ਜਾਓ, ਕਰੋ, ਪਰ ਆਪਣਾ ਜਿਹੜਾ ਸੱਭਿਆਚਾਰ ਕਲਚਰ ਉਹਨੂੰ ਨਾ ਭੁੱਲੋ। ਆਪਣੀਆਂ ਜੜ੍ਹਾਂ ਨੂੰ ਜਿਹੜਾ ਬੰਦਾ ਭੁੱਲ ਜਾਏਗਾ, ਜਾਂ ਆਪਣੀ ਬੋਲੀ ਨੂੰ ਜਿਹੜਾ ਭੁੱਲ ਜਾਏਗਾ, ਉਹ ਬਹੁਤ ਦੁੱਖ ਵਾਲੀ ਗੱਲ ਲੱਗਦੀ ਹੈ, ਉਹ ਨਹੀਂ ਭੁੱਲਣਾ ਚਾਹੀਦਾ। ਸੋ ਜੋੜ ਕੇ ਰੱਖਣਾ ਸਭ ਨੂੰ ਜਿਹੜਾ ਜ਼ਰੂਰੀ ਹੈ, ਅੱਗੇ ਤੁਰਨਾ ਵੀ ਜ਼ਰੂਰੀ
ਜ਼ਰੂਰੀ ਹੈ। ਸੱਭਿਆਚਾਰ ਤੁਰਦਾ ਰਹੇ, ਖੜੋਕ ਕਦੇ ਨਾ ਆਵੇ, ਪਰ ਸਾਰਥਕ ਹੋਵੇ। ਜੀ। ਤੇ ਅਜੋਕੇ ਸਮੇਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ, ਅਜੋਕੇ ਸਮੇਂ ਦੇ ਵਿੱਚ ਸਾਡਾ ਮੀਡੀਆ ਆ, ਟੀਵੀ ਆ, ਚੈਨਲ ਆ, ਅਖਬਾਰਾਂ ਆ, ਮੋਬਾਈਲ ਆ, ਇਹ ਸਾਰੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਅਜੋਕੇ ਸਮੇਂ ਦੇ ਵਿੱਚ ਇਹ ਬਾਤਾਂ ਪਾਉਂਦੇ ਹੋਣ, ਉਹ ਲੋਕ ਬਾਤਾਂ ਜਿਹੜੀਆਂ ਅਸੀਂ ਵਿਸਰਦੇ ਜਾ ਰਹੇ ਹਾਂ? ਉਸ ਤਰ੍ਹਾਂ ਦੀਆਂ ਬਾਤਾਂ ਤੇ ਨਹੀਂ ਹੈ, ਪਰ ਉਹਨਾਂ ਨੂੰ ਨਵੇਂ ਢੰਗ ਦੇ ਨਾਲ ਅਸੀਂ ਫਿਲਮਾਂ ਬਣ ਰਹੀਆਂ ਨੇ, ਉਹਨਾਂ ਫਿਲਮਾਂ 'ਚ ਉਹ ਬਾਤਾਂ ਨੇ, ਕਿਉਂਕਿ ਪੁਰਾਣੀਆਂ ਬਾਤਾਂ ਨੂੰ ਬੇਸ ਬਣਾ ਕੇ ਕਈ ਜਿਹੜੇ ਨਵੇਂ ਤਜਰਬੇ ਕੀਤੇ ਜਾ ਰਹੇ ਆ, ਤੇ ਜਿਨ੍ਹਾਂ ਦੇ ਵਿੱਚ ਉਸ ਤਰੀਕੇ ਨਾਲ ਬੱਚੇ ਉਹ ਬਾਤਾਂ ਸੁਣ ਵੀ ਰਹੇ ਆ, ਵੇਖ ਵੀ ਰਹੇ ਆ। ਹੁਣ ਬਾਤਾਂ ਸੁਣਦੇ ਘੱਟ ਨੇ, ਦੇਖਦੇ ਜ਼ਿਆਦਾ ਆ, ਠੀਕ ਹੈ ਨਾ। ਸੋ ਇਹ ਜਿਹੜਾ ਇਹ ਸਿਲਸਿਲਾ ਚੱਲਦਾ ਹੀ ਰਵੇ, ਪਰ ਸਾਨੂੰ ਹਮੇਸ਼ਾ ਇਹ ਅਸੀਂ ਚੁਕੰਨੇ ਰਹੀਏ ਕਿ ਕੋਈ ਮਾਰੂ ਅਸਰ ਨਾ ਕਰੇ ਸਾਡੇ। ਬਾਹਰ ਦੀਆਂ ਚੀਜ਼ਾਂ ਵੀ ਅਸੀਂ ਲਈਏ, ਪਰ ਉਹ ਜਿਹੜੀਆਂ ਕਿ ਸਾਨੂੰ ਸਾਡੇ ਸੱਭਿਆਚਾਰ ਦੇ ਅਨੁਕੂਲ ਹੋਣ, ਅਸੀਂ ਉਹਨਾਂ ਦੀ ਰੀਸੇ, ਮਤਲਬ ਉਹ ਕਹਿੰਦੇ ਨਾ ਕਊਆ ਹੱਸਦੀ ਚਾਲ ਚੱਲਣ ਲੱਗਾ ਆਪਣੀ ਭੁੱਲ ਗਈ। ਇਸ ਕਰਕੇ ਅਸੀਂ ਆਪਣੀ ਚਾਲ ਨੂੰ ਨਾਲ ਰੱਖੀਏ। ਅਸੀਂ ਕੀ ਬਣਨਾ ਚਾਹੁੰਦੇ ਹਾਂ ਸਾਨੂੰ ਪਤਾ ਹੋਵੇ, ਸਾਡੇ ਬੱਚਿਆਂ ਨੂੰ ਪਤਾ ਹੋਵੇ, ਤੇ ਆਪਸੀ ਪਿਆਰ, ਕਿਉਂਕਿ ਰਿਸ਼ਤਿਆਂ ਦੀ ਕਦਰ ਜਿਹੜੀ ਹੈ ਨਾ, ਉਹ ਜਿਹੜੀ ਘਟ ਰਹੀ ਹੈ ਨਾ, ਉਹ ਦੁੱਖ ਵਾਲੀ ਹੈ, ਉਹ ਨਹੀਂ ਘਟਣੀ ਚਾਹੀਦੀ ਕਦੇ, ਕਿਉਂਕਿ ਅਸੀਂ ਜੋ ਕਰਦੇ ਹਾਂ ਰਿਸ਼ਤਿਆਂ ਲਈ, ਆਪਣੇ ਪਿਆਰਿਆਂ ਲਈ ਕਰਦੇ ਹਾਂ। ਜੇ ਉਹ ਨਹੀਂ ਹੈ ਵਿੱਚੋਂ ਨਿਕਲ ਗਿਆ ਤੇ ਫਿਰ ਕਾਹਦੇ ਲਈ ਕਰਦੇ ਹਾਂ? ਮੈਮ, ਇੱਕ ਸੁਨੇਹਾ ਉਹਨਾਂ ਮਾਵਾਂ ਨੂੰ ਜਾਂ ਉਹ ਅਧਿਆਪਕ ਵਰਗ ਨੂੰ ਜਿਹੜੇ ਇਹਨਾਂ ਬਾਤਾਂ ਦੇ ਨਾਲ ਵਾਬਸਤਾ ਕਰ ਸਕਦੇ ਨੇ ਆਪਣੀ ਇਸ ਛੋਟੀ ਛੋਟੀ ਪੀੜ੍ਹੀ ਨੂੰ, ਨਵੀਂ ਪਨੀਰੀ ਨੂੰ, ਤਾਂ ਕਿ ਇਹ ਬਾਤਾਂ ਕਦੇ ਵੀ ਨਾ ਮੁੱਕਣ। ਬਿਲਕੁਲ, ਬੱਚੇ ਸੁਣਦੇ ਅੱਜ ਕੱਲ ਬੱਚੇ ਦੇ। ਮੇਰਾ ਆਪਣਾ ਦੋਤਾ ਹੈ, ਉਹ ਮੈਨੂੰ ਰੋਜ਼ ਕਹੂਗਾ ਮੈਨੂੰ ਬਾਤ ਸੁਣਾਓ, ਔਰ ਉਹ ਆਪ ਵੀ ਸੁਣਾਉਂਦਾ। ਫਿਰ ਜਦੋਂ ਉਹਨੂੰ ਬਾਤ ਸੁਣਾਈ ਜਾਵੇ ਨਾ, ਉਹਨੂੰ ਫਿਰ ਆਪਣੇ ਤਰੀਕੇ ਨਾਲ, ਨਵੇਂ ਰੰਗ ਨਾਲ, 4 ਸਾਲ ਦਾ ਹੈ ਪਰ ਨਵੇਂ ਰੰਗ ਨਾਲ ਉਹ ਬਾਤ ਸੁਣਾਉਂਦਾ। ਸੋ ਕਿਉਂਕਿ ਉਹਨੂੰ ਅਸੀਂ ਇੰਟਰਸਟ ਪੈਦਾ ਕਰਾਂਗੇ। ਹੁਣ ਦੇਖੋ, ਭਾਵੇਂ ਉਹਨੂੰ ਕਿੰਨਾ ਚਿਰ ਹੋ ਗਿਆ ਮੈਂ ਨਹੀਂ ਮਿਲੀ, ਪਰ ਉਹ ਮਤਲਬ ਆਪੇ ਕਹੇਗਾ ਕਿ ਮੈਂ ਨਾਨੀ ਮਾਂ ਨਾਲ ਗੱਲ ਕਰਨੀ, ਮੈਂ ਆਪਣੀ ਦਾਦੀ ਮਾਂ ਨਾਲ ਗੱਲ ਕਰਨੀ। ਸੋ ਉਸ ਤਰੀਕੇ ਨਾਲ ਉਹ ਗੱਲ ਜਿਹੜੀ, ਕਿਉਂਕਿ ਉਹਦਾ ਕਾਰਨ ਹੈ ਕਿ ਬੱਚੇ ਸਾਡੇ ਜਿਹੜੇ ਆ, ਸਾਡੀ ਬੇਟੀਆਂ ਜਿਹੜੀਆਂ ਬੱਚੇ ਨੇ, ਉਹ ਅੱਗੋਂ ਉਹਨਾਂ ਨੂੰ ਦੱਸਦੇ ਰਹਿੰਦੇ ਆ, ਫੇਸਬੁੱਕ ਤੇ ਉਹਨਾਂ ਨੂੰ ਮਿਲਾਉਂਦੇ ਰਹਿੰਦੇ ਆ। ਸੋ ਇਹ ਪੰਜਾਬੀ ਆਪਣੀ ਸਿਖਾਉਂਦੇ ਰਹਿੰਦੇ ਆ, ਹੈ। ਸੋ ਇਸ ਕਰਕੇ ਆਪਣੀ ਮਾਂ ਬੋਲੀ, ਸਾਡਾ ਜਿਹੜੇ ਬਾਹਰ ਚਲੇ ਗਏ ਆ, ਉਹ ਆਪਣੀ ਮਾਂ ਬੋਲੀ ਨੂੰ ਨਾ ਭੁੱਲਣ, ਆਪਣੇ ਕਲਚਰ ਨੂੰ ਨਾ ਭੁੱਲਣ, ਆਪਣੇ ਬੱਚਿਆਂ ਨੂੰ ਦੱਸਦੇ ਰਹਿਣ, ਤੇ ਨਵੀਂ ਚੰਗੀਆਂ ਦੀ ਚੀਜ਼ਾਂ ਉਹਨਾਂ ਦੀਆਂ ਵੀ ਅਪਣਾਉਂਦੇ ਰਹਿਣ, ਜੜ੍ਹਾਂ ਦੇ ਨਾਲ ਜੁੜੇ ਰਹਿਣ, ਕਿਉਂਕਿ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਮਨੁੱਖ ਜਿਹੜਾ ਤਰੱਕੀ ਕਰਦਾ ਆ ਤੇ ਅੱਗੇ ਵੱਧਦਾ, ਤੇ ਸਮਾਂ ਵੀ ਅੱਗੇ ਵੱਧ ਗਿਆ ਜੀ, ਲੰਘ ਗਿਆ ਸਾਡੇ ਕੋਲੋਂ, ਪਤਾ ਨਹੀਂ ਲੱਗਾ। ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਬੁਲਾਉਣ ਲਈ ਸ਼ੁਕਰੀਆ ਸਾਰਿਆਂ ਨੂੰ, ਮਿਹਰਬਾਨੀ।